ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਸਪੈਸ਼ਲ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਚੱਕਦੇ ਟੀਵੀ ਰਾਹੇ ਬਗਾਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਐਸੇ ਮੁੱਦੇ ਹੁੰਦੇ ਨੇ ਜਾਂ ਐਸੀ ਗੱਲਬਾਤ ਹੁੰਦੀ ਹੈ ਜਿਹੜੀ ਕਿ ਦੱਬੀ ਰਹਿੰਦੀ ਆ ਜਾਂ ਜਿਨ੍ਹਾਂ ਦੇ ਉੱਪਰ ਅੱਜ ਦੀ ਡੇਟ ਦੇ ਵਿੱਚ ਕੋਈ ਰੋਸ਼ਨੀ ਨਹੀਂ ਪੈਂਦੀ, ਅਸੀਂ ਉਹਨਾਂ ਬਾਰੇ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ। ਅੱਜ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜੁੜ ਚੁੱਕੇ ਨੇ ਸੰਦੀਪ ਸਿੰਘ जी ਟੋਰਾਂਟੋ ਤੋਂ जी। संदीप जी स्वागत है ਤੁਹਾਡਾ। बहुत बहुत धन्यवाद जी। वाहिगुरू जी का खालसा वाहिगुरू जी की फतेह। ਅੱਜ ਅਸੀਂ ਗੱਲਬਾਤ ਕਰਾਂਗੇ ਸ਼ਹੀਦ ਭਗਤ ਸਿੰਘ ਹੁਣਾਂ ਬਾਰੇ। ਤੁਸੀਂ ਜਾਣਦੇ ਹੋ ਕਿ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਬੀਤਿਆ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਬਾਰੇ ਕਾਫੀ ਜਿਹੜੀ ਚਰਚਾ ਰਹੀ ਹੈ, ਕਾਫੀ ਲੋਕ ਉਹਨਾਂ ਦਾ ਨਾਮ ਜਿਹੜਾ ਹੈਗਾ ਵਰਤਣ ਦੀ ਕੋਸ਼ਿਸ਼ ਕਰਦੇ ਨੇ ਇੰਡੀਆ ਦੇ ਵਿੱਚ। ਕਦੇ ਕੋਈ ਲੀਡਰ ਉੱਠਦਾ ਹੈ ਤੇ ਇੱਕ ਨੌਜਵਾਨ ਜਿਹੜਾ ਕਿ JNU ਦਾ ਹੈਗਾ ਉਹਦਾ ਨਾਮ ਸ਼ਹੀਦ ਭਗਤ ਸਿੰਘ ਨਾਲ ਜੋੜ ਦਿੰਦਾ। 2017 ਦੀ ਇਲੈਕਸ਼ਨ ਸਾਹਮਣੇ ਆ ਰਹੀ ਹੈ, ਸਾਰੀਆਂ ਪਾਰਟੀਆਂ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਵਰਤ ਕੇ ਜਿਹੜਾ ਹੈਗਾ ਉਹ ਵੋਟ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਉਹ ਸ਼ਹੀਦ ਭਗਤ ਸਿੰਘ ਨੂੰ ਫਾਲੋ ਕਰਨ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਉਹ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ ਨੇ। ਤੇ ਜਿਹੜੀ ਸਾਡੀ ਅੱਜ ਦੀ ਗੱਲਬਾਤ ਹੋਵੇਗੀ ਉਹ ਗੱਲਬਾਤ ਦਾ ਜਿਹੜਾ ਅਸੀਂ ਸਬਜੈਕਟ ਰੱਖ ਰਹੇ ਹਾਂ ਉਹ ਇਹ ਸਬਜੈਕਟ ਰੱਖ ਰਹੇ ਹਾਂ ਕਿ ਸ਼ਹੀਦ ਭਗਤ ਸਿੰਘ ਦੀ ਭਾਰਤ ਨੂੰ ਲੈ ਕੇ ਸੋਚ ਕੀ ਸੀ, ਭਾਰਤ ਨੂੰ ਉਹ ਕਿੱਦਾਂ ਦਾ ਆਜ਼ਾਦ ਭਾਰਤ ਦੇਖਦਾ ਸੀਗਾ, ਉਹਦੀ ਆਜ਼ਾਦ ਭਾਰਤ ਬਾਰੇ ਦੂਰਦਰਸ਼ਤਾ ਕੀ ਸੀ, ਉਹ ਆਪਣੇ ਸਮੇਂ ਦੇ ਵਿੱਚ ਆਜ਼ਾਦ ਭਾਰਤ ਦੇ ਬਾਰੇ ਕੀ ਗੱਲ ਕਰਦਾ ਸੀ, ਕੀ ਚੇਂਜਿਸ ਚਾਹੁੰਦਾ ਸੀਗਾ ਉਹ ਕਿ ਬ੍ਰਿਟਿਸ਼ਰਸ ਤੋਂ ਬਾਅਦ ਜਦੋਂ ਸਾਡਾ ਆਜ਼ਾਦ ਭਾਰਤ ਹੋਵੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਹੋਵੇ, ਕਿਸ ਤਰ੍ਹਾਂ ਦਾ ਸਮਾਜ ਹੋਵੇ, ਕਿਸ ਤਰ੍ਹਾਂ ਦੀ ਗਵਰਨਮੈਂਟ ਹੋਵੇ। ਸ਼ਹੀਦ ਭਗਤ ਸਿੰਘ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਬਹੁਤ ਕੁਝ ਐਸਾ ਲਿਖ ਵੀ ਦਿੱਤਾ ਔਰ ਕਹਿ ਵੀ ਦਿੱਤਾ ਹੋਇਆ ਕਿ ਜਿਹੜਾ ਅੱਜ ਵੀ ਅਗਰ ਅਸੀਂ ਸਿਧਾਂਤਾਂ ਦੇ ਤੌਰ ਤੇ ਮੰਨਣਾ ਚਾਹੀਏ ਤਾਂ ਉਹਦੇ ਉੱਪਰ ਪੂਰਾ ਚੱਲ ਕੇ ਇੱਕ ਬਹੁਤ ਹੀ ਵਧੀਆ ਜਿਹੜਾ ਦੇਸ਼ ਹੈ ਸਿਰਜਿਆ ਜਾ ਸਕਦਾ। ਪਰ ਜਿਹੜੀ ਅੱਜ ਦਾ ਭਾਰਤ ਹੈਗਾ ਅਸੀਂ ਨਾਲ ਨਾਲ ਉਹ ਵੀ ਕੰਪੇਅਰ ਕਰਾਂਗੇ ਕਿ ਕਿੱਥੇ ਕੁ ਖੜਾ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਕਿੱਥੇ ਕੁ ਜਿਹੜਾ ਹੈ ਉਹ ਸਟੈਂਡ ਕਰਦਾ। ਸੰਦੀਪ ਜੀ, ਸਭ ਤੋਂ ਪਹਿਲਾਂ ਤੇ ਮੈਂ ਚਾਹਾਂਗਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਹੁਣਾਂ ਦਾ ਜਿਹੜੀ ਇੱਕ ਸੋਚ ਦਾ ਜੇ ਆਪਾਂ ਨਿਚੋੜ ਕੱਢੀਏ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸਟੈਪ ਕਰਕੇ ਜਿਹੜੀ ਉਹਨਾਂ ਦੇ ਜਿਹੜੀ ਮੂਵਮੈਂਟ ਜਿਹੜੀ ਗੱਲ ਨੂੰ ਉਹਨਾਂ ਨੇ ਕਰੈਕਟ ਕਰਨ ਦੀ ਗੱਲ ਕੀਤੀ ਸੀ ਉਹਦੇ ਉੱਪਰ ਆਵਾਂਗੇ ਜੀ। देखो कुलवीर जी, गल इदा है कि मैं अपने लफ्ज़ों ਲਈ पहला ही माफ़ी मंग लेंदा हाँ, पर यह सच है और इस सच ਨੂੰ प्रूव करने ਦੇ कई एविडेंसिस ने और यह मनभागा सच है। सानू भगत सिंह पढ़ाया गया स्कूलों ਦੇ ਵਿੱਚ ਉਹ बहुत इनकंप्लीट सी। विद्वानां ने ते पोलिटिकल लीडर्स ने भी भगत सिंह ਨੂੰ एक बहुत सीमित दायरे अंदर खड़ा करके रख दिता। सानू स्कूलों एक इनकंप्लीट हिस्टरी इसलिए मैं कह रहा कि सानू इन्ना क पढ़ाया गया कि एक भगत सिंह बंदा सी जिन्हें पार्लियामेंट बंब चलाया, जिन्हें सांड्रस वाला काम किया जां इहो लाला लाजपत राय नाल प्रोटेस्ट कर लाइक इहो जिहियां कुछ इशूज़ नूं हाईलाइट कीता आपां जे कहीए तां उन्हां नूं ही हाईलाइट कीता जांदा। जिहड़ी भगत सिंह दी लाइफ आ ਉਹ ਇਹਨਾਂ 3-4 ਮੁੱਦਿਆਂ ਦੇ ਉੱਤੇ ਹੀ ਖੜੀ ਨਹੀਂ ਹੈਗੀ। ਭਗਤ ਸਿੰਘ ਨੂੰ ਸਮਝਣ ਵਾਸਤੇ ਭਗਤ ਸਿੰਘ ਦੇ ਜਨਮ ਤੋਂ ਵੀ ਪਹਿਲਾਂ ਦਾ ਕੰਮ ਤੇ ਜਨਮ ਤੋਂ ਬਾਅਦ ਜੋ ਕੁਝ ਵਾਪਰਿਆ, ਜਿਹੜੀਆਂ ਘਟਨਾਵਾਂ ਵਾਪਰੀਆਂ, ਹੋਰ ਉਹਨਾਂ ਘਟਨਾਵਾਂ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਜਦੋਂ ਅਸੀਂ ਇੱਕ ਬੇਸਿਕ ਡਿਸਕਸ਼ਨ ਕਰ ਰਹੇ ਹਾਂ ਤਾਂ ਅਸੀਂ ਉਸਦੇ ਪਰਿਵਾਰ ਦੀ ਜਾਂ ਉਹਦੇ ਬਰਥ ਪਲੇਸ ਦੀ ਉਹ ਗੱਲਾਂ ਕਰਨੀਆਂ ਜ਼ਰੂਰੀ ਨੇ, ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਬਟ ਮੁੱਢਲੇ ਤੌਰ ਦੇ ਉੱਤੇ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨਾ, ਮੈਂ ਸਮਝਦਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਐਨਾਲਾਈਜ਼ ਕਰਨ ਦਾ ਆ। ਹੋਰ ਅਫਸੋਸ ਹੈ ਕਿ ਮੀਡੀਆ ਚੈਨਲਸ ਜਿੰਨੇ ਕੁ ਨੇ ਜਾਂ ਜਿਹੜੇ ਮੀਡੀਆ ਤੌਰ 'ਤੇ ਕੰਮ ਕਰਦੇ ਪਏ ਨੇ ਉਹਨਾਂ ਨੇ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ, ਬਹੁਤ ਮੁਬਾਰਕ ਹੈ, ਕਰਨਾ ਚਾਹੀਦਾ ਆ। पर जो उस तो अगला स्टैप आ हर चीज़ की एक तरीका होंदा आ, तुसीं उहनूं एनालाइज करना होंदा, देखना होंदा आ कि जिहड़ियां भगत सिंह ने गल्लां कहियां सी वो सही ने कि गलत ने। अगर सही ने तो अज दे मौजूदा हालातां दे विच कित्थे क खड़दियां ने कि असीं उन्हां टारगेट्स नूं अचीव कीता कि नहीं कीता, और अगर नहीं कीता तो क्यों नहीं कीता, कौन कौन जिम्मेवार आ, ਕਿਹੜੀਆਂ ਹੁਣ ਇਸ 'ਚ ਸਿਆਸਤ ਜੁੜਨੀ ਆ
ਕਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਸੋ ਕਾਲਡ ਆਜ਼ਾਦੀ ਤੋਂ ਬਾਅਦ ਕੀ ਭਗਤ ਸਿੰਘ ਦੇ ਨਾਲ ਵਿਤਕਰੇ ਕੀਤੇ ਜਾਂ ਕੀ ਉਹਦੀ ਸ਼ਹਾਦਤ ਨੂੰ ਸਲਾਮੀ ਦਿੱਤੀ ਹੈਗੀ, ਇਹ ਸਾਰੇ ਇਸ਼ੂਜ਼ ਜੁੜਦੇ ਨੇ। ਭਗਤ ਸਿੰਘ ਹੋਣਾ ਦਾ ਜਨਮ ਕਿਸ਼ਨ ਸਿੰਘ ਜੀ ਹੋਣਾ ਦੇ ਘਰੇ ਹੁੰਦਾ ਆ। ਵਿਦਿਆਵਤੀ ਜੀ ਦੇ ਕੁੱਖੋਂ ਇਹ ਜਨਮ ਲੈਂਦੇ ਨੇ। ਹੁਣ ਜਨਮ ਦੇ ਉੱਤੇ ਇੱਕ ਵੱਡੀ ਕੰਟਰੋਵਰਸੀ ਖੜੀ ਕਰ ਦਿੱਤੀ ਗਈ। ਖਟਕੜ ਕਲਾਂ ਭਗਤ ਸਿੰਘ ਦਾ ਜਨਮ ਸਥਾਨ ਨਹੀਂ ਹੈ ਜੀ। ਉਹ ਉਹਨਾਂ ਦੇ ਲਈ ਜਿਵੇਂ ਅਸੀਂ ਅੰਗਰੇਜ਼ੀ ਕਹਿੰਦੇ ਫੋਰ ਫਾਦਰਸ ਦੀ ਜਗ੍ਹਾ ਮੰਨੀ ਜਾਂਦੀ ਆ। ਇਸ 'ਚ ਇੱਕ ਕੰਟਰੋਵਰਸੀ ਆ, ਪਰ ਮੈਂ ਉਸ ਕੰਟਰੋਵਰਸੀ 'ਚ ਬਿਲਕੁਲ ਵੀ ਨਹੀਂ ਜਾਣਾ ਕਿ ਚਲੋ ਕਿਸੇ ਵੀ ਬਹਾਨੇ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ, ਮੁਬਾਰਕ ਆ। ਭਗਤ ਸਿੰਘ ਦਾ ਜਨਮ ਲਾਹੌਰ ਦੇ ਵਿੱਚ ਹੋਇਆ ਆ ਤੇ ਇਹ ਤੱਥ ਹੈ, ਇਹ ਸੱਚ ਹੈ। ਅਸੀਂ ਆਪਣੇ ਸੈਲਫਿਸ਼ ਮੋਟਿਵਸ ਲਈ ਉਹਨੂੰ ਪੰਜਾਬ ਦੇ ਇੱਕ ਸ਼ਹਿਰ ਨਾਲ ਜੋੜਿਆ ਆ। ਉਹ ਮੈਨੂੰ ਲੱਗਦਾ ਹੈ ਕਿ ਉਹ ਤਰਾਸਦੀ ਆ, ਬਟ ਸੱਚਾਈ ਇਹੀ ਹੈ ਕਿ ਭਗਤ ਸਿੰਘ ਦਾ ਜਨਮ ਪਾਕਿਸਤਾਨ 'ਚ ਹੋਇਆ ਆ। ਭਗਤ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਭਨਕ ਸੀ, ਉਹਨਾਂ ਦੇ ਅੰਦਰ ਇਹ ਗੱਲ ਸੀ ਕਿ ਅਸੀਂ ਗੁਲਾਮ ਆ। ਜਦੋਂ ਕਿ 90% ਹਿੰਦੁਸਤਾਨੀ ਉਸ ਸਮੇਂ ਦੇ ਵੀ ਉਹਨਾਂ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਉਹ ਗੁਲਾਮ ਆ। ਔਰ ਉਹਦੇ ਐਵੀਡੈਂਸਿਸ ਅਸੀਂ ਜਿਵੇਂ ਜਿਵੇਂ ਗੱਲ ਕਰਾਂਗੇ ਉਹ ਐਵੀਡੈਂਸਿਸ ਦੇਵਾਂਗਾ। ਜਿਹੜੀ ਵੀ ਗੱਲ ਕਰਾਂਗਾ ਉਹ ਪੂਰੇ ਤੱਥਾਂ ਦੇ ਆਧਾਰ ਤੇ ਕਰਾਂਗਾ, ਐਵੀਡੈਂਸਿਸ ਦੇ ਆਧਾਰ ਤੇ ਕਰਾਂਗਾ। ਤੁਸੀਂ ਅਗਰ ਦੇਖੋ ਕਿਸ਼ਨ ਸਿੰਘ ਜੀ ਹੋਣੀ ਉਹ ਗਦਰੀ ਲਹਿਰ ਦੇ ਨਾਲ ਮੈਂ ਅਗਰ ਇਹ ਕਹਾਂ ਕਿ ਉਹ ਉਹਨਾਂ ਦੇ ਸਪੋਰਟਰ ਸੀ ਤੇ ਸ਼ਾਇਦ ਸਹੀ ਕਹਿ ਰਿਹਾ ਹੋਵਾਂਗਾ। ਭਗਤ ਸਿੰਘ ਦੇ ਚਾਚਾ ਜੀ ਹੋਣੀ ਆਪ ਗਦਰੀਆਂ ਵਿੱਚੋਂ ਸੀਗੇ। ਸੋ ਹੋਰ ਗਦਰੀ ਲਹਿਰ ਦਾ ਇੱਕ ਵੱਡਾ ਅਸਰ ਭਗਤ ਸਿੰਘ ਤੇ ਉੱਤੇ ਮਿਲਦਾ ਆ। ਇੱਕ ਬੱਚੇ ਦੀ ਸੋਚ ਅਗਰ ਮੈਂ ਸਿਰਫ ਭਗਤ ਸਿੰਘ ਨੂੰ ਇੱਕ ਬੱਚੇ ਰੂਪ 'ਚ ਦੇਖਾਂ, ਹੋਰ ਅਫਕੋਰਸ ਉਹ ਬੱਚਾ ਹੀ ਹੈ, ਉਹ ਦੁਨਿਆਵੀ ਇਨਸਾਨ ਹੈ। ਸੋ ਅਸੀਂ ਉਸਨੂੰ ਜਦੋਂ ਦੁਨਿਆਵੀ ਇਨਸਾਨ ਦੇ ਤੌਰ ਤੇ ਗੱਲ ਕਰਾਂਗੇ, ਸ਼ਹਾਦਤ ਦਾ ਰਸਤਾ ਜਿਹੜਾ ਉਹ ਤਾਂ ਅਸੀਂ ਅਜੇ ਅੱਗੇ ਜਾ ਕੇ ਦੇਖਣਾ ਹੈ ਕਿ ਉਹ ਸ਼ਹਾਦਤ ਉਹ ਕਿਵੇਂ ਹੁੰਦੀ ਹੈ ਤੇ ਉਸ ਦੇ ਵਿੱਚ ਵੀ ਕੀ ਕੁਛ ਵਿੱਚੋਂ ਨਿਕਲਦਾ, ਉਹ ਡਿਫਰੈਂਟ ਇਸ਼ੂਜ਼ ਨੇ। ਉਹ ਬੱਚਾ ਬੰਦੂਕਾਂ ਉਗਾਉਣ ਦੀ ਗੱਲ ਕਰਦਾ ਆ। ਇਸ ਦੇ ਵਿੱਚੋਂ ਦੀ ਵੀ ਇੱਕ ਰੈਵੋਲੂਸ਼ਨ ਦੀ ਸਮੈਲ ਆ ਰਹੀ ਆ। ਤੇ ਤੁਸੀਂ ਜਦੋਂ ਗੱਲ ਸ਼ੁਰੂ ਕੀਤੀ ਸੀ ਕੁਲਵੀਰ ਜੀ, ਉਦੋਂ ਤੁਸੀਂ ਕਹਿ ਰਹੇ ਸੀ ਕਿ ਭਗਤ ਸਿੰਘ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ। ਮੈਂ ਸਮਝਦਾ ਕਿ ਭਗਤ ਸਿੰਘ ਨੂੰ ਅਗਰ ਇੱਕ ਲਫ਼ਜ਼ 'ਚ ਡਿਫਾਈਨ ਕਰਨਾ ਹੋਵੇ ਤਾਂ ਉਹਦੀ ਬਿਲਕੁਲ ਸਹੀ ਤਰਜਮਾਨੀ ਅਗਰ ਕੋਈ ਲਫ਼ਜ਼ ਕਰਦਾ ਆ ਤੇ ਉਹ ਰੈਵੋਲੂਸ਼ਨ ਆ। ਹੋਰ ਕਈ ਵਾਰੀ ਇਹੋ ਜਿਹੀਆਂ ਡਿਬੇਟਸ ਉਹਨਾਂ ਨੂੰ ਮਿਲਦੀਆਂ ਨੇ ਕਿ ਦੂਜਾ ਵੀ ਭਗਤ ਸਿੰਘ ਹੋ ਸਕਦਾ। ਮੈਂ ਸਮਝਦਾ ਹਾਂ ਕਿ ਜਿਹੜਾ ਬੰਦਾ ਰੈਵੋਲੂਸ਼ਨਰੀ ਆ, ਭਾਵੇਂ ਉਹ ਛੋਟੀ ਜਿਹੀ ਗੱਲ ਲਈ ਰੈਵੋਲੂਸ਼ਨ ਕਰੇ, ਉਹ ਭਗਤ ਸਿੰਘ ਆ, ਉਸ ਦੇ ਵਿੱਚ ਭਗਤ ਸਿੰਘ ਜਿਉਂਦਾ ਆ। ਪਰ ਜਿਹੜਾ ਬੰਦਾ ਰੈਵੋਲੂਸ਼ਨਰੀ ਨਹੀਂ ਆ ਉਹ ਭਗਤ ਸਿੰਘ ਨਹੀਂ ਆ। ਸੋ ਭਗਤ ਸਿੰਘ ਨੂੰ ਕਿਸੇ ਦਾਇਰੇ 'ਚ ਬੰਨ੍ਹਣ ਦੀ ਸਾਨੂੰ ਲੋੜ ਨਹੀਂ ਹੈਗੀ। ਭਗਤ ਸਿੰਘ ਦੀ ਸੋਚ ਰੈਵੋਲੂਸ਼ਨ ਤੋਂ ਖੜੀ ਹੁੰਦੀ ਆ, ਰੈਵੋਲੂਸ਼ਨ ਤੋਂ ਖਤਮ ਹੋ ਜਾਂਦੀ ਆ। ਜਿੱਥੇ ਤੱਕ ਅਸੀਂ ਹਥਿਆਰਾਂ ਦੀ ਗੱਲ ਕੀਤੀ, ਬੰਦੂਕਾਂ ਉਗਾਉਣ ਦੀ ਗੱਲ ਕੀਤੀ, ਇਹਦਾ ਵੀ ਅੱਗੇ ਜਾ ਕੇ ਅਸੀਂ ਨਿਚੋੜ ਕੱਢਣਾ ਆ ਕਿ ਅਸੀਂ ਸੋ ਕਾਲਡ ਜਿਹੜੇ ਵਾਇਲੈਂਸ ਦੀ ਗੱਲ ਕਰਦੇ ਆ, ਉਹ ਵਾਇਲੈਂਸ ਕੀ ਆ? ਕੀ ਵਾਇਲੈਂਸ ਟੈਰਰਿਜ਼ਮ ਆ ਜਾਂ ਕੀ ਵਾਇਲੈਂਸ ਰੈਵੋਲੂਸ਼ਨ ਆ? ਤੁਸੀਂ ਕਿਸੇ ਵੀ ਦੇਸ਼ ਦੀ ਆਜ਼ਾਦੀ ਦੇਖੋ, ਅਮਰੀਕਾ ਦੀ ਦੇਖੋ ਕਿ ਉੱਥੇ ਸੰਦੀਪ ਜੀ ਸੌਰੀ ਮੈਂ ਤੁਹਾਨੂੰ ਇੱਥੇ ਮਾੜਾ ਜਿਹਾ ਜ਼ਰੂਰ ਰੋਕਾਂਗਾ। ਵਾਇਲੈਂਸ ਦੀ ਗੱਲ ਆਈ ਹੈ ਤਾਂ ਮੈਂ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਦੱਸ ਦਿਆਂ ਕਿ ਸ਼ਹੀਦ ਭਗਤ ਸਿੰਘ ਨੂੰ ਜਿੰਨਾ ਪਿਆਰ, ਜਿੰਨੀ ਰਿਸਪੈਕਟ ਅੱਜ ਦਿੱਤੀ ਜਾ ਰਹੀ ਹੈ, ਭਾਵੇਂ ਕਿ ਲੋਕਾਂ ਨੇ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਉਦੋਂ ਤੋਂ ਹੀ ਉਹਨਾਂ ਨੂੰ ਪਿਆਰ ਕੀਤਾ, ਉਦੋਂ ਤੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਰਿਸਪੈਕਟ ਦਿੱਤੀ ਆ, ਸ਼ਹੀਦ ਮੰਨਿਆ। ਪਰ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੰਡੀਆ ਦੀਆਂ ਹੈਗੀਆਂ, ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਕਿਉਂਕਿ ਕਾਂਗਰਸ ਉਸ ਵੇਲੇ ਇੱਕ ਅਜਿਹੀ ਪਾਰਟੀ ਸੀ ਜਿਹੜੀ ਸਾਰਾ ਕੁਝ ਇੰਡੀਆ ਦੇ ਆਜ਼ਾਦ ਹੋਣ ਵੇਲੇ, ਭਾਰਤ ਦੇ ਆਜ਼ਾਦ ਹੋਣ ਵੇਲੇ ਗੋਰਿਆਂ ਨਾਲ ਨੈਗੋਸ਼ੀਏਸ਼ਨਸ ਕਰਦੀ ਸੀ। ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਨਿਗਾਹ ਵਿੱਚ ਉਸ ਵੇਲੇ ਭਗਤ ਸਿੰਘ ਇੱਕ ਜਿਹੜਾ ਸੀ ਉਹ ਇੱਕ ਦੇਸ਼ ਭਗਤ ਨਹੀਂ ਸੀਗਾ। ਉਹਨੂੰ ਭਗਤ ਸਿੰਘ ਨੂੰ ਦੇਸ਼ ਭਗਤ ਦੇ ਤੌਰ ਤੇ ਨਹੀਂ ਦੇਖਦੇ ਸੀ। ਉਹ ਕਹਿੰਦੇ ਸੀ ਕਿ ਇਹ ਆਤੰਕਵਾਦ ਕਰਦਾ, ਇਹ ਵਾਇਲੈਂਸ ਕਰਦਾ। ਮੈਂ ਦਰਸ਼ਕਾਂ ਨੂੰ ਦੱਸਦਾ ਕਿ ਅਸੀਂ ਇਹ ਵਾਇਲੈਂਸ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ, ਇਸ ਕਰਕੇ ਮੇਰਾ ਖਿਆਲ ਸੰਦੀਪ ਜੀ ਜਿਹੜੀ ਕਲੀਅਰ ਕਰਨ ਲੱਗਿਆ, ਮੈਂ ਉਹ ਇਸ ਗੱਲ ਤੇ ਆਉਣਾ ਹੀ ਸੀ। ਦੇਖੋ ਵਾਇਲੈਂਸ ਨੂੰ ਅੱਜ ਮੈਂ ਇਸ ਚੀਜ਼ ਲਈ ਗਿਲਟੀ ਵੀ ਫੀਲ ਕਰਦਾ ਹਾਂ।
और मीडिया के नाल जुड़े होने करके असी अक्सर देखते हैं कि जो भी असी डिबेट करते हैं असी उसी टाइम ही अगर कोई वायलेंस वाली गल हो तो असी उन्होंने कवर करना शुरू कर देंगे हैं तो अपने आप को बैकफुट से लियाना शुरू करते हैं, यह शो करना शुरू कर देंगे हैं कि इस वायलेंस के नाल साडा कोई लेना देना नहीं। देखो हर चीज़ के लिए एक पानी का गिलास आ, अगर उस अद्धा पानी भरिया होया है तो किसी लिए अद्धा गिलास खाली आ, किसी लिए अद्धा गिलास पानी का भरिया होया आ। सो जिहड़ी वो सिचुएशन आ उन्होंने समझण की लोड़ होंदी आ जो तुसीं डिफाइन करते हो कि वायलेंस की है। वायलेंस अगर किसी निर्दोष नूं मारना वो टैररिज्म आ, अपने हक लिए लड़ना वो रेवोल्यूशन आ। अमरीका आज़ादी लैंदा आ ते जिन्हों अज की डेट च याद करता वो हथियारबंद संघर्ष लड़ रहा है। हिंदुस्तान दे विच आज़ादी हुई भावें कि कुछ बंदे कही जान कि ना एक मूँह ते चपेड़ मारी तो दूजा गल अगे कर दवो। अगर इस तरीके नाल आज़ादियाँ मिलदियां तो बहुत सस्तियां आज़ादियां सन, पर इस आज़ादियां पिछे बहुत वड्डी लड़ाई लड़नी पई हैगी आ। और इस त्रासदी यह रही है कि पॉलिटिकल पार्टीज़ ने इस दे विच, मैं अगर यह भी कहां कि कांग्रेस ने उस समय के उत्ते भगत सिंह नूं दिमागी तौर के उत्ते मैंटल कहा तो यह भी इतिहास का एक पन्ना है। अज जो मर्जी स्थिति होवे उन्हां दी पॉलिटिकल मजबूरियां करके अगर उन्होंने भगत सिंह हीरो मनना पै रहा, मैं इस खुशी महसूस करदा क्योंकि वह हीरो हैगा, उन्होंने हीरो ही मन्निया जाना चाहिए। जिथे तक जनसंघ तो बनी हुई बीजेपी का सवाल आ, उहदे बारे भी आप अगे गल करांगे कि उहदा की स्टैंड रहा आ। उहदे स्टैंड भी कोई कांग्रेस नालों अलग नहीं रहे हैगे। और अगर हिंदुस्तान की आज़ादी उन्होंने रोल नूं देखा जाए तो मैं इत्थे तक भी गुरेज नहीं करांगा गल करते हुए कि उन्हों दा रोल कांग्रेस नालों भी घटिया रहा आ। उन्होंने बंदे मरवाए ने, उहदा एविडेंसिस आप अगे गल करांगे। हुण जिथे मैं हथियारबंद संघर्ष की गल की आ, उत्थे एक गल होर सोचण वाली आ कि हिंदुस्तान एडा वड्डा देश, एडी वड्डी उत्थे गिनती, तो ऐसा की सी कि उत्थे जिहड़ी फ्रीडम सी उन्होंने लैंदे लैंदे 200 साल दे करीबन लग जाते हैं। एक कॉन्सेंसस सीगा, शायद ओहदा डाटा इस टाइम मेरे को शायद ना मौजूद होवे। वो कॉन्सेंसस यह गल कहंदा आ, वो कॉन्सेंसस यह गल कहंदा आ कि जो गोरे आउंदे ने हिंदुस्तान दे विच उदों 3000 गोरा आ। हुण तुसी आप इस चीज़ नूं थोड़ा जिहा सोचण की कोशिश करो। गुलामी दे एहसास, गुलामी कोई जंजीरां नाल नहीं आउंदी हैगी, वो तुहाडी सोच दे उत्ते कंट्रोल करदी आ। और जिहदी सोच गुलाम हो जाती है उन्होंने पता भी नहीं चलता कि मैं गुलाम हाँ। 3000 फौजी आउंदे ने जां 3000 गोरे आउंदे ने, अगर तुसी उत्थे दी टोटल पॉपूलेशन नूं कंपेयर करो तो शायद उन्हां दे बॉडी का एक एक हिस्सा चक के भी अगर उन्हां नूं बाहर भेजना होवे तो वह भी नहीं आता हैगा अगर तुसी उसनूं गिनती के रूप च लवो। पर वो 3000 आके एडी वड्डी पॉपूलेशन के उत्ते कंट्रोल करते हैं। यह गुलामी का एहसास है। गुलामी की दूसरी एविडेंस जलियांवाला बाग, असी रोज़ सवेरे शाम डायर नूं गालां कढदे कढदियां बनदियां ने। उन्हें निहत्थे लोकां दे उत्ते अटैक किया, उत्थे बच्चे बीबियां बजुर्ग मारे, उस अमृतसर की पवित्र धरती नूं लाल करके रख दिता। पर असी दायर दा धन्नवादी भी हाँ, उन्हें यह किया, उस दे विचों दी ही भगत सिंह पैदा होया, उस दे विचों दी उधम सिंह पैदा होया। सो यह साडे ब्लड दे विच आ कि जिन्ना तुसी सानू दबाउंदे हो उन्ने पंजाबी खड़े हुंदे ने। जलियांवाला बाग दे विच 65 गोरखा अते 25 बलूची सोल्जर्स रैजीमेंट सी। हुण यह कौन ने? अपने ने, यह साडे बंदे ने। डायर एक फेस आ, डायर उन्होंने कंट्रोल करने वाला बंदा आ, पर गोलियां चलाने वाले कौन आ रहा है? गोरखे किन्हों कहोगे तुसी? बलूचे किन्हों कहोगे तुसी? बंदे तो साडे ही सीगे। बिल्कुल। सो अगर वो उन्हों की फौज दे विच ने, उन्होंने गुलामी का एहसास नहीं, उन्होंने गोलियां चलाइया, डायर कसूरवार है, पर वो फौजी भी उन्ने कसूरवार ने।
पर उन्होंने एक्चुअल च गुलामी का एहसास ही नहीं सी, उन्होंने पता ही नहीं सी कि असी अपने भरावां दे उत्ते गोली चला रहे हैं। इनू कहते एक गुलामी का प्रूफ आ। एक भगत सिंह की एग्जाम्पल दे विच, भगत सिंह के केस दे विच अगर उन्होंने केस की गल करिए 457 विटनेस ने। इतिहास के कागज यह गल कहते हैं कि नॉट मोर देन 2 डजन, 2 डजन तो वध, पर मैं फिर भी 2 डजन मान के चलता हाँ। 24 गोरियां तो वध विटनेसिस गोरे नहीं सीगे। सो 457 तो तुसी 24 माइनस कर लो। चलो 400 हो चलो मैं थोड़ा वड्डा दिल दिखाते हुए 57 माइनस कर रहा। 400 विटनेस साडे सीगे जिन्हों ने भगत सिंह के अगेंस्ट गवाही दी। 4 वकील सीगे गोरियां वालों, जिन्हां विच जी 3 साडे सीगे। 3 जजां दा पैनल सी, जिन्हां विचों 1 साडा सी। हुण इस दे विच जिहड़ी चीज़ बाहर आ रही है वो इस सारी गल दे विच चीज़ जिहड़ी बाहर आ रही है कि जिस बंदे नूं गुलामी का एहसास नहीं, वो भगत सिंह नहीं आ। भगत सिंह वो 400 तो अलग खड़ा आ और वो 400 उहदे अगेंस्ट खड़े ने, क्योंकि उन्हां 400 नूं यह एहसास ही नहीं हो रहा कि उन्हां ते कोई राज कर रहा है। अज की तरीक के उत्ते अगर मैं इनू लियावां, अक्सर यह गल कही जाती है कि पंजाब दे विच जिहड़े धक्के होए, धक्के करन वालियां दे विच KPS गिल सिख, जनरल बराड़ सिख, बेअंता सिख, डायर यानी जैल सिंह सिख, प्रकाश सिंह बादल सिख, इहो जिहियां कई एविडेंसिस मिलणगियां। पर अगर तुसी उसकी घोख इतिहास तो करते हो, अगर भगत सिंह दे ही चैप्टर तो करते हो, तो इसका जवाब बखूबी मिलता है कि एहसास होना जरूरी आ कि तुसी गुलाम हो जां तुसी अपनी कम्यूनिटी लिए की कर रहे हो। अगर तुहानूं एहसास नहीं, तुसी भावें सिख हो जां की हो, उहदी कोई अहमियत नहीं रहिंदी, क्योंकि तुहानूं एहसास ही नहीं कि तुसी कर की रहे हैगे हो। ਆਪਾਂ ਸੰਦੀਪ ਜੀ ਆਪਾਂ ਜਦੋਂ ਆਪਾਂ ਗੱਲ ਕਰਦੇ ਕਿ ਭਗਤ ਸਿੰਘ ਨੂੰ ਅਹਿਸਾਸ ਸੀ ਗੁਲਾਮੀ ਦਾ, ਜਾਂ ਭਗਤ ਸਿੰਘ ਵਰਗੇ ਬਹੁਤ ਜਿਹੜੇ ਘੱਟ ਲੋਕ ਸੀ ਉਸ ਵੇਲੇ 10% ਦੇ ਕਰੀਬ ਆਪਾਂ ਜੇ ਮੰਨ ਕੇ ਚੱਲੀਏ ਜਿਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਸੀ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਮੇਰਾ ਖਿਆਲ ਆਪਣਾ ਆਪ ਵਾਰ ਦਿੱਤਾ, ਉਹਨਾਂ ਲੋਕਾਂ ਨੇ ਤੇ ਬਹੁਤੇ ਲੋਕ ਉਸ ਵੇਲੇ ਜਿਹੜੇ ਸੀ ਉਹਨਾਂ ਨੂੰ ਅਹਿਸਾਸ ਨਹੀਂ ਸੀਗਾ। ਤੇ ਇਹ ਤਾਂ ਸੀ ਜੀ ਭਗਤ ਸਿੰਘ ਦੀ ਸੋਚ ਕਿ ਉਹ ਆਪਣੇ ਆਪ ਨੂੰ ਉਸ ਵੇਲੇ ਗੁਲਾਮ ਸਮਝਦਾ ਸੀ ਤੇ ਉਹ ਚਾਹੁੰਦਾ ਸੀਗਾ ਕਿ ਇਹਨਾਂ ਨੂੰ ਬਾਹਰ ਕੱਢ ਕੇ ਤੇ ਜਿਹੜਾ ਦੇਸ਼ ਦਾ ਕੰਟਰੋਲ ਹੈਗਾ ਉਹ ਆਪਣੇ ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਤੇ ਆਪਾਂ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਅੱਗੇ ਚੱਲ ਕੇ, ਉਹ ਆਪਾਂ ਗੱਲ ਕਰਨੀ ਹੈ ਕਿ ਭਗਤ ਸਿੰਘ ਦਾ ਏਜੰਡਾ ਕੀ ਸੀ, ਭਗਤ ਸਿੰਘ ਚਾਹੁੰਦਾ ਕੀ ਸੀਗਾ ਕਿ ਗੋਰੇ ਚਲੇ ਜਾਣ ਤਾਂ ਪਰ ਮੈਨੂੰ ਭਾਰਤ ਕਿੱਦਾਂ ਦਾ ਚਾਹੀਦਾ। ਉਹਦੇ ਵਿੱਚ ਭਗਤ ਸਿੰਘ ਨੇ सिर्फ ये नहीं कह सका कि मैनू सानू आज़ादी चाहिए आ। भगत सिंह दे कोल एक प्रॉपर डॉक्यूमेंट सी, एक प्रॉपर एजेंडा सी, सानू की चाहिए हैगा, सानू आज़ादी किद्दां दी चाहिए, उस आज़ादी विच जिमीदार दा की हक होगा, एक लेबरर दा की हक होगा, एक नागरिक दा की हक होगा, की सिर ते छत चाहिए आ, रोटी चाहिए आ, की चाहिए है। भगत सिंह दे जे अगर असीं डॉक्यूमेंट देखिए उन्हां विच ये चीज़ां बहुत ही स्पष्ट सीगियां जिहड़ियां कि साडे लोकां नूं अज तक नहीं पता। जिद्दां शुरू में संदीप जी ने कहा सीगा कि 2-3 चीज़ां नूं छड्ड के कि भगत सिंह ने कीता की है आज़ादी वास्ते, उन्हां तो अलावा जिहड़ा हैगा भगत सिंह दी सोच की सीगी, भगत सिंह दा एजेंडा की सीगा, वो प्रमोट नहीं किया गया, क्योंकि वो अगे अगे असीं एक्सप्लेन करन जा रहे हैं, क्योंकि वो जिहड़ा एजेंडा आ वो अज दे लीडर भी पसंद नहीं करते उन्होंने लागू करना, क्योंकि वह सच्ची आज़ादी है। तो जो अज असीं भारत में देख रहे हैं, ये बारे भी असीं गलबात करते हैं कि किन्नी को आज़ादी हैगी आ कि जिहड़ियां चीज़ां वास्ते साडे जिहड़े बड़े वडेरे भगत सिंह वर्गे लोग होए ने, करतार सिंह उधम सिंह वर्गे लोग होए ने, जिन्हां ने शहीदियां दित्तियां होईयां ने सानू आज़ाद कराउण वास्ते, कि ये वो वाली आज़ादी है जां वो वाली आज़ादी नहीं है। संदीप जी असीं भगत सिंह हुणां दी एक गल बारे काफ़ी जिहड़ा हैगा विस्तारपूर्वक गल कीती है कि भगत सिंह
ਗੁਲਾਮੀ ਜਿਹੜੀ ਸੀ ਉਹ ਕਿਹਨੂੰ ਕਹਿੰਦਾ ਸੀਗਾ। ਉਸ ਵੇਲੇ ਬਹੁਤੇ ਲੋਕਾਂ ਨੂੰ ਇੰਡੀਆ ਦੇ ਵਿੱਚ ਅਹਿਸਾਸ ਹੀ ਨਹੀਂ ਸੀਗਾ ਕਿ ਉਹ ਗੁਲਾਮ ਸੀ, ਪਰ ਭਗਤ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਬਹੁਤ ਪਹਿਲਾਂ ਹੀ ਹੋ ਗਿਆ ਸੀ, ਕਿਉਂਕਿ ਉਹ ਇੱਕ ਗਦਰੀ ਖਾਨਦਾਨ ਵਿੱਚ ਜੰਮਿਆ ਸੀ ਤੇ ਜਿਹੜੀ ਉਹਦੇ ਅੰਦਰ ਆਜ਼ਾਦੀ ਦੀ ਚੇਟਕ ਸੀਗੀ ਉਹ ਉਹਦੇ ਚਾਚਾ ਜੀ ਅਜੀਤ ਸਿੰਘ ਤੇ ਪਿਤਾ ਕਿਸ਼ਨ ਸਿੰਘ ਹੁਣਾਂ ਕੋਲੋਂ ਲੱਗ ਗਈ ਸੀਗੀ। ਤੇ ਕਰਤਾਰ ਸਿੰਘ ਸਰਾਭਾ ਨੂੰ ਆਈਡੀਅਲ ਮੰਨਣ ਵਾਲੇ ਭਗਤ ਸਿੰਘ ਇੱਕ 23 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਉਹਨਾਂ ਦਾ ਕੱਦ ਐਡਾ ਵੱਡਾ ਹੋ ਗਿਆ ਕਿ ਜਿਹਨੂੰ ਅੱਜ ਵੀ ਅਸੀਂ ਜੇ ਕਹੀਏ ਕਿ ਕਿਸੇ ਨੇ ਉਸ ਕੱਦ ਦੇ ਬਰਾਬਰ ਜਾ ਕੇ ਖੜੇ ਹੋ ਜਾਣਾ, ਉਹ ਖੜਾ ਨਹੀਂ ਹੋ ਸਕਦਾ। ਸੰਦੀਪ ਜੀ, ਅਸੀਂ ਗੱਲ ਕਰ ਰਹੇ ਸੀਗੇ ਕਿ ਉਹ ਆਜ਼ਾਦੀ ਲੜਦੇ ਲੜਦੇ ਉਹ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਸੀ। ਮੈਂ ਚਾਹਾਂਗਾ ਕਿ ਦਰਸ਼ਕਾਂ ਨਾਲ ਉਹਨਾਂ ਦਾ ਜਿਹੜਾ ਇੱਕ ਏਜੰਡਾ ਸੀ, ਜਿਹੜਾ ਉਹਨਾਂ ਦਾ ਇੱਕ ਡਾਕੂਮੈਂਟ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਆਜ਼ਾਦ ਭਾਰਤ ਵਿੱਚ ਕੀ ਕੀ ਚਾਹੀਦਾ, ਆਜ਼ਾਦ ਭਾਰਤ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਬਾਰੇ ਜ਼ਰੂਰ ਗੱਲ ਕਰੋ। ਸਾਰੇ ਪੁਆਇੰਟ ਮੇਰਾ ਖਿਆਲ ਆਪਾਂ ਦਰਸ਼ਕਾਂ ਨਾਲ ਸਾਂਝੇ ਕਰ ਲਈਏ ਤਾਂ ਚੰਗੀ ਗੱਲ ਹੈ। ਤਕਰੀਬਨ 8 ਪੁਆਇੰਟਸ ਦਾ ਮੈਂ ਨਿਚੋੜ ਕੱਢਿਆ, ਉਹ ਨਹੀਂ ਤਾਂ ਸੋਚ ਤਾਂ ਬਹੁਤ ਵੱਡੀ ਹੋ ਜਾਂਦੀ ਹੈਗੀ ਆ, ਪਰ 8 ਪੁਆਇੰਟਸ ਦੇ ਵਿੱਚ ਜਿਹੜੀ ਪਹਿਲੀ ਗੱਲ ਆਉਂਦੀ ਹੈਗੀ ਆ ਉਹ ਆਉਂਦੀ ਆ ਲੈਂਡਲੋਡਿਜ਼ਮ ਦੇ ਵਿਰੁੱਧ। ਅਗਰ ਅਸੀਂ ਕਹੀਏ ਜ਼ਿਮੀਦਾਰਾ ਸਿਸਟਮ ਸੀ ਉਸ ਵੇਲੇ ਉਹਦੇ ਵਿਰੁੱਧ। ਸੋ ਉਹ ਮੈਂ ਅਗਰ ਉਹਨੂੰ ਅੱਜ ਦੀ ਡੇਟ 'ਚ ਕੰਪੇਅਰ ਕਰਾਂ ਤੇ ਮੈਂ ਇੱਕ ਸਵਾਲ ਦੇ ਨਾਲ ਤੁਹਾਡੇ ਵਿਚਾਰਾਂ ਤੇ ਛੱਡ ਜਾਂਦਾ ਆ ਕਿ ਅੱਜ ਜ਼ਮੀਨਦਾਰੀ ਸਿਸਟਮ ਅਬੋਲਿਸ਼ ਹੋ ਚੁੱਕਾ ਆ, ਕਿ ਉਹ ਖਤਮ ਹੋ ਚੁੱਕਾ ਆ। ਜਿਸ ਤਰੀਕੇ ਦੇ ਨਾਲ ਜ਼ਮੀਨਦਾਰੀ ਸਿਸਟਮ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ, ਜੋ ਆਜ਼ਾਦੀ ਤੋਂ ਪਹਿਲਾਂ ਵਾਪਰਿਆ, ਉਹਨੂੰ ਅਗਰ ਮੈਂ ਅੱਜ ਦੀ ਸਥਿਤੀ 'ਚ ਕੰਪੇਅਰ ਕਰਦਾ ਤੇ ਕੀ ਕੋਈ ਡਿਫਰੈਂਸ ਨਜ਼ਰ ਆਉਂਦਾ ਆ? ਮੈਂ ਸਮਝਦਾ ਹਾਂ ਕਿ ਕੋਈ ਡਿਫਰੈਂਸ ਮੈਨੂੰ ਨਹੀਂ ਨਜ਼ਰ ਆ ਰਿਹਾ। ਸਿਰਫ ਇੰਨੀ ਕੀ ਗੱਲ ਹੋਈ ਆ ਕਿ ਜਿਹੜੇ ਬਹੁਤ ਵੱਡੇ ਜ਼ਿਮੀਂਦਾਰ ਸੀ ਜਾਂ ਰਾਜੇ ਸੀ, ਉਹਨਾਂ ਦੀਆਂ ਕੁਛ ਇੱਕ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਜਿਹੜੇ ਜ਼ਮੀਨਾਂ ਜਾਇਦਾਦਾਂ ਸੀਗੀਆਂ ਉਹ ਥੋੜ੍ਹੀਆਂ ਬਹੁਤ ਖੋਰੀਆਂ ਗਈਆਂ। ਪਰ ਜੇ ਆਪਾਂ ਜਿਹੜੇ ਝੋਲੀ ਚੁੱਕ ਉਸ ਵੇਲੇ ਗੋਰਿਆਂ ਦੇ ਸੀਗੇ, ਜੇ ਆਪਾਂ ਉਹਨਾਂ ਨੂੰ ਕਹੀਏ ਜਿਨ੍ਹਾਂ ਨੂੰ ਮੁਰੱਬੇ ਮਿਲੇ ਹੋਏ ਸੀ, ਮੇਰਾ ਖਿਆਲ ਆ ਉਹ ਸਾਰੇ ਮੁਰੱਬਿਆਂ ਦੇ ਮਾਲਕ ਅੱਜ ਵੀ ਉੱਦਾਂ ਹੀ ਬੈਠੇ। ਬਿਲਕੁਲ। ਫਿਰ ਦੂਸਰੀ ਗੱਲ ਜਿਹੜੀ ਭਗਤ ਸਿੰਘ ਹੁਣੀ ਕਰਦੇ ਨੇ, ਉਹ ਕਹਿੰਦੇ ਆ ਸਿਕਿਉਰਿਟੀ ਆਫ ਐਨ ਹਾਊਸਿੰਗ। ਉਸ ਹੁਣ ਇਸ 'ਚ ਦੋ ਪੱਖ ਹੁੰਦੇ ਆ। ਇੱਕ ਤਾਂ ਉਹ ਸਿਕਿਉਰਿਟੀ ਏਜੰਡੇ ਦੀ ਗੱਲ ਕਰਦੇ ਆ ਕਿ ਹੁਣ ਇਸ 'ਚੋਂ ਜਿਹੜੇ ਭਾਵ ਮੈਂ ਕਰਦਾ ਆ ਉਹ ਕਰਦਾ ਆ ਕਿ ਇੱਕ ਤਾਂ ਰੋਟੀ ਕੱਪੜਾ ਔਰ ਮਕਾਨ ਦਾ ਬਹੁਤ ਬੇਸਿਕ ਜਿਹਾ ਕਨਸੈਪਟ ਆ। ਹੋਰ ਹਿੰਦੁਸਤਾਨ ਦੀ ਤਰਾਸਦੀ ਹੈ ਕਿ ਪਿਛਲੇ 60 ਸਾਲਾਂ ਦੇ ਵਿੱਚ ਅੱਜ ਤੱਕ ਇਹ ਰੋਟੀ ਕੱਪੜਾ ਤੇ ਮਕਾਨ, ਇਹ ਤਿੰਨ ਚੀਜ਼ਾਂ ਨਹੀਂ ਲੋਕਾਂ ਨੂੰ ਪ੍ਰੋਵਾਈਡ ਕਰਵਾ ਸਕਿਆ। ਇਸ ਦਾ ਮਤਲਬ ਹੈ ਕਿ ਉਹ ਭਗਤ ਸਿੰਘ ਦੇ ਉਸ ਮਿਸ਼ਨ ਨੂੰ ਅੱਜ ਤੱਕ ਕਾਮਯਾਬ ਨਹੀਂ ਕਰ ਸਕੇ। ਜਿੱਥੇ ਸਿਕਿਉਰਿਟੀ ਦੀ ਗੱਲ ਮੈਂ ਕਰਦਾ ਹਾਂ, ਉੱਥੇ ਨਾਲ ਮੈਂ ਇਹ ਗੱਲ ਕਰਦਾ ਕਿ ਹਰੇਕ ਬੰਦੇ ਦੀ ਸਿਕਿਉਰਿਟੀ, ਹਿੰਦੂ ਸੇਫ ਹੋਣਾ ਚਾਹੀਦਾ, ਮੁਸਲਿਮ ਸੇਫ ਹੋਣਾ ਚਾਹੀਦਾ, ਸਿੱਖ ਸੇਫ ਹੋਣਾ ਚਾਹੀਦਾ। ਪਰ ਅਸੀਂ ਦੇਖਿਆ 1984, ਅਸੀਂ ਦੇਖਿਆ 2002, ਅਸੀਂ ਦੇਖਿਆ ਉੜੀਸਾ, ਅਸੀਂ ਅੱਜ ਤੋਂ 4 ਦਿਨ ਪਹਿਲਾਂ ਅਜੇ ਯੂਪੀ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਕੀ ਕੁਝ ਹੋਇਆ ਉਹ ਦੇਖਿਆ ਆ। ਅਸੀਂ ਦੇਖਿਆ ਆ ਕਿ ਇੱਕ ਬੱਸ ਦੇ ਵਿੱਚੋਂ ਦੀ ਸਰਦਾਰ ਨੂੰ ਉਤਾਰਿਆ ਜਾਂਦਾ ਆ, ਜਿਨ੍ਹਾਂ ਬੰਦਿਆਂ ਵੱਲੋਂ ਵੀ ਸ਼ਿਵ ਸੈਨਿਕ ਹੋਣ ਜਾਂ ਕੁਛ, ਉੱਥੇ ਸਿਕਿਉਰਿਟੀ ਕਿੱਥੇ ਸਰਵਾਈਵ ਕਰਦੀ ਆ। ਅਸੀਂ ਦੇਖਿਆ ਹੈ ਕਿ ਆਸ਼ੂਤੋਸ਼ੀ ਦੇ ਵਿਰੁੱਧ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਪੁਲਿਸ ਗੋਲੀ ਚਲਾਉਂਦੀ ਹੈਗੀ ਹੈ ਤੇ ਫਿਰ ਜਨਰਲ ਡਾਇਰ ਨਾਲੋਂ ਇਹ ਪੁਲਿਸ ਅਲੱਗ ਕਿਵੇਂ ਹੋ ਜਾਂਦੀ ਹੈਗੀ ਆ। ਅਸੀਂ ਦੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਬੈਠੇ ਸ਼ਾਂਤਮਈ ਸਿੱਖ ਜਦੋਂ ਪ੍ਰੋਟੈਸਟ ਕਰ ਰਹੇ ਨੇ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਦੇ ਅਗੇਂਸਟ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ, ਉਦੋਂ ਪੰਜਾਬ ਪੁਲਿਸ ਗੋਲੀ ਚਲਾ ਰਹੀ ਹੈ। ਉਹਨੂੰ ਮੈਂ ਜਨਰਲ ਡਾਇਰ ਨਾ ਕਵਾਂ ਤੇ ਹੋਰ ਕੀ ਕਵਾਂ? ਇਹ ਸਵਾਲ ਤੁਹਾਡੇ ਲਈ ਛੱਡ ਰਿਹਾ ਆ। ਫਿਰ ਦੇਖੋ, ਕੋਈ ਵੀ ਸੰਘਰਸ਼ ਹੁੰਦਾ ਆ, ਉਸ 'ਚ ਵਿਦਿਆ, ਦੁਨਿਆਵੀ ਵਿਦਿਆ ਦੀ ਬਹੁਤ ਇੰਪੋਰਟੈਂਸ ਆ। ਹੋਰ ਉਹ ਇਹ ਇੱਕ ਸੱਚਾਈ ਆ ਕਿ ਪੰਜਾਬ, ਅਗਰ ਖਾਸ ਤੌਰ 'ਤੇ ਮੈਂ ਉਹਨੂੰ ਪੰਜਾਬ ਨਾਲ ਕੰਪੇਅਰ ਕਰਾਂ, ਭਗਤ ਸਿੰਘ ਯੂਨੀਵਰਸਲ ਐਜੂਕੇਸ਼ਨ ਦੀ ਗੱਲ ਕਰਦਾ ਆ। ਅੱਜ ਦੀ ਡੇਟ ਦੇ ਉੱਤੇ ਕੀ ਮੈਂ ਯੂਨੀਵਰਸਲ ਨੂੰ ਅਗਰ ਸਾਈਡ 'ਚ ਵੀ ਰੱਖ ਦੇਵਾਂ ਕਿ ਪੰਜਾਬ ਦੇ ਘਰ ਘਰ ਦੇ ਵਿੱਚ ਐਜੂਕੇਸ਼ਨ ਪਹੁੰਚ ਗਈ? ਕੀ ਸਾਡਾ ਬੱਚਾ ਬੱਚੀ ਪੜ੍ਹਿਆ ਲਿਖਿਆ ਹੈਗਾ? ਕੀ ਇੱਦਾਂ ਤਾਂ ਨਹੀਂ ਹੈ ਕਿ ਉਹ ਜਿਹੜੀ ਸਟੇਟ ਕਿਸੇ ਟਾਈਮ ਦੇ ਉੱਤੇ ਵਨ ਆਫ ਦਾ ਮੋਸਟ ਲਿਟਰੇਟ ਸਟੇਟ ਹੁੰਦੀ ਸੀ, ਵਨ ਆਫ ਦਾ ਮੋਸਟ ਪੜ੍ਹੀ ਲਿਖੀ ਸਟੇਟ ਹੁੰਦੀ ਸੀ, ਉਹ ਅੱਜ ਕਿੱਥੇ ਖੜੀ ਆ? ਇਹਦੇ ਮਗਰ ਏਜੰਡਾ ਕੀ ਆ, ਕਾਰਨ ਕੀ ਨੇ? ਇਹ ਸੋਚਣ ਦੀ ਲੋੜ ਆ। ਜਵਾਬ ਤੁਸੀਂ ਆਪ ਲੱਭਣਾ ਆ। ਫਿਰ ਅਬੋਲਿਸ਼ਨ ਆਫ ਆਲ ਚਾਰजेस, ਜਿਹੜੇ ਲੇਬਰ ਵਰਕਰਸ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਉੱਤੇ, ਉਹਨਾਂ ਨੂੰ ਕੋਈ ਪੱਕੀ ਤਨਖਾਹ ਨਹੀਂ ਹੁੰਦੀ ਸੀ, ਮਿਨੀਮਮ ਵੇਜ ਜਿਹਨੂੰ ਅਸੀਂ ਕਹਿ ਦਿੰਦੇ ਨਹੀਂ ਸੀ ਹੁੰਦੀ। ਅੱਜ ਦੇ ਸਮੇਂ 'ਚ ਹੈਗੀ ਆ, ਪਰ ਉਹ ਕਿੰਨੀ ਪ੍ਰੈਕਟੀਕਲੀ ਸਹੀ ਆ ਅਸੀਂ ਜਾਣਦੇ ਹਾਂ। ਉਹ ਸਮਾਂ ਸੀ ਜਦੋਂ
ਲੇਬਰ ਕਰਨ ਵਾਲੇ ਬੰਦੇ ਨੂੰ ਅਸੀਂ ਚੌਲ ਆਟਾ ਦਾਲ ਜਾਂ ਕੁਛ ਨਾ ਕੁਛ ਖਾਣ ਪੀਣ ਵਾਲਾ ਜਾਂ ਕੁਛ ਨਾ ਕੁਛ ਜੋ ਸਾਡੇ ਘਰੇ ਪਿਆ। ਸੰਦੀਪ ਜੀ ਮੈਂ ਸੌਰੀ ਤੁਹਾਨੂੰ ਕੱਟ ਰਿਹਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਇੰਡੀਆ ਦੇ ਵਿੱਚ ਇੱਕ ਮਿਨੀਮਮ ਵੇਜ ਜਿਹੜਾ ਹੈਗਾ ਉਹਦੇ ਉੱਪਰ ਕੋਈ ਵੀ ਜਿਹੜੀ ਹੈਗੀ ਆ ਸਰਕਾਰ ਨਿਗਾਹ ਰੱਖਦੀ ਆ। ਅੱਜ ਵੀ ਤੁਹਾਨੂੰ ਹਜ਼ਾਰਾਂ ਲੱਖਾਂ ਐਗਜ਼ਾਮਪਲ ਇੰਡੀਆ ਦੇ ਵਿੱਚ ਮਿਲ ਜਾਣਗੀਆਂ ਕਿ ਜਿੱਥੇ ਜਿਹੜਾ ਹੈਗਾ ਆਪਾਂ ਸਲੇਵਰੀ ਜਿਹੜੀ ਹੈਗੀ ਆ ਅੱਜ ਵੀ ਕਰਵਾਈ ਜਾਂਦੀ ਆ, ਜਿਹਦੇ ਮੇਰੇ ਖਿਆਲ ਨਾਲ ਭਗਤ ਸਿੰਘ बुरी तरह खिलाफ सी और चाहता सीगा कि ਜਿਹੜਾ ਇੱਕ ਲੇਬਰ ਹੈਗੀ ਆ ਉਹਦਾ ਇੱਕ ਰਾਈਟ ਹੋਣਾ ਚਾਹੀਦਾ ਔਰ ਇਹਦਾ ਇੱਕ ਮਿਨੀਮਮ ਵੇਜ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਸੈੱਟ ਕਰਨਾ ਚਾਹੁੰਦਾ ਹੈ। ਮੈਂ ਭਗਤ ਸਿੰਘ ਦੇ ਇਤਿਹਾਸ ਤੋਂ ਇੱਕ ਐਗਜ਼ਾਮਪਲ ਰੱਖਣ ਲੱਗਿਆ ਆ। ਮਹਾਰਾਸ਼ਟਰ ਦੇ ਵਿੱਚ ਇੱਕ ਫੈਕਟਰੀ ਦੇ ਕੁਝ ਲੀਡਰਸ ਕੁਝ ਵਰਕਰਸ ਪ੍ਰੋਟੈਸਟ ਕਰਦੇ ਨੇ। ਹੁਣ ਉਹ ਜਿਹੜੇ ਵਰਕਰਸ ਨੇ ਉਹ ਮਿਨੀਮਮ ਵੇਜ ਮਿਨੀਮਮ ਆਵਰਸ ਆਫ ਵਰਕ ਜਾਂ ਜਿਹੜਾ ਟ੍ਰੇਡ ਯੂਨੀਅਨ ਬਿੱਲ ਬਣਾਇਆ ਗਿਆ ਸੀ ਉਹਦੇ ਅਗੇਂਸਟ ਪ੍ਰੋਟੈਸਟ ਕਰਦੇ ਪਏ ਨੇ। ਭਗਤ ਸਿੰਘ ਆਪਣੀ ਹਮਾਇਤ ਉਹਨਾਂ ਵਰਕਰਸ ਨੂੰ ਦਿੰਦਾ ਆ। ਮੇਰਾ ਸਵਾਲ ਇੱਥੇ ਇਹ ਆ ਕਿ ਲੇਬਰ ਬਿੱਲ ਟ੍ਰੇਡ ਬਿਲਸ ਇਹਨਾਂ ਦੇ ਉੱਤੇ ਕੋਈ ਪਾਬੰਦੀ ਲੱਗੀ ਜਦੋਂ ਦੇ ਇਹ ਲੋਕ ਕਹਿੰਦੇ ਨੇ ਕਿ ਆਜ਼ਾਦੀ ਹੋਈ ਆ? ਕਿਉਂਕਿ ਅਗਰ ਮੈਂ ਭਗਤ ਸਿੰਘ ਦੀ ਆਜ਼ਾਦੀ ਦੀ ਡੈਫੀਨੇਸ਼ਨ ਦਾ ਨਿਚੋੜ ਕੱਢਾਂ ਤੇ ਮੈਨੂੰ ਅੱਜ ਦੀ ਦੇਰ ਤੇ ਆਜ਼ਾਦੀ ਨਹੀਂ ਨਜ਼ਰ ਆਉਂਦੀ। ਮੈਨੂੰ ਇਹ ਲੱਗ ਰਿਹਾ ਹੈ ਕਿ ਜੋ ਭਗਤ ਸਿੰਘ ਕਹਿੰਦਾ ਸੀ ਕਿ ਗੋਰੇ ਜਾਣਗੇ ਤੇ ਭੂਰੇ ਰੰਗ ਵਾਲੇ ਆ ਜਾਣਗੇ ਜਾਂ ਜਿਹਨੂੰ ਮੈਂ ਇਹ ਵੀ ਕਹਿ ਰਿਹਾ ਕਿ ਬਾਬੂ ਲੋਕ ਆ ਜਾਣਗੇ, ਮੈਨੂੰ ਉਹ ਡੈਫੀਨੇਸ਼ਨ ਸਹੀ ਲੱਗ ਰਹੀ ਹੈ। ਮੈਨੂੰ ਉਹ ਡੈਫੀਨੇਸ਼ਨ ਇਹਨਾਂ ਤੱਥਾਂ ਤੇ ਸਹੀ ਲੱਗ ਰਹੀ ਆ ਕਿ ਉਦੋਂ ਵੀ ਮੈਜੋਰਿਟੀ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਸੀ, ਅੱਜ ਵੀ ਮੈਜੋਰਿਟੀ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਆ। ਫਿਰ ਇਸ ਦੇ ਵਿੱਚ ਜਿਹੜਾ ਮੈਂ ਜਿਹਨੂੰ ਪੰਜਾਬ ਨਾਲ ਰਿਲੇਟ ਕਰਕੇ ਦੇਖਦਾ ਹਾਂ, ਨੈਸ਼ਨਲਾਈਜੇਸ਼ਨ ਆਫ ਇੰਡਸਟਰੀਜ਼ ਐਂਡ ਇੰਡਸਟਰੀਲਾਈਜੇਸ਼ਨ ਆਫ ਦ ਕੰਟਰੀ ਦੀ ਗੱਲ ਕੀਤੀ ਗਈ ਹੈ, ਪਰ ਮੈਂ ਇਸ ਦੇ ਵਿੱਚ ਜਿਹੜਾ ਮੁੱਦਾ ਰੱਖਾਂਗਾ ਉਹ ਪੰਜਾਬ ਦੇ ਵਿੱਚ ਵੀ ਸਿਰਫ ਇੱਕੋ ਹੀ ਸ਼ਹਿਰ ਦਾ ਰੱਖ ਲੈਂਦੇ ਆ। ਲੁਧਿਆਣਾ ਇੱਕ ਉਹ ਸ਼ਹਿਰ ਆ ਜਿਹਨੂੰ ਪੰਜਾਬ ਦੇ ਵਿੱਚ ਐਜ਼ ਅ ਇੰਡਸਟਰੀਅਲ ਟਾਊਨ ਸਮਝਿਆ ਜਾਂਦਾ ਸੀ। ਕਿੱਥੇ ਗਈ ਉਹ ਇੰਡਸਟਰੀ? ਕਿਉਂ ਪੰਜਾਬ ਛੱਡ ਕੇ ਗਈ? ਕੀ ਕਾਰਨ ਸੀਗੇ? ਕੀ ਉਹਨਾਂ ਨੂੰ ਉਹ ਸਹੂਲਤਾਂ ਅਵੇਲ ਕਰਵਾਈਆਂ ਗਈਆਂ ਜਾਂ ਕਿਸੇ ਬੈਕਵਰਡ ਏਜੰਡੇ ਰਾਹੀਂ ਕਿਸੇ ਸੋਚ ਅਧੀਨ ਪੰਜਾਬ ਦੇ ਵਿੱਚੋਂ ਦੀ ਇੰਡਸਟਰੀਜ਼ ਖਤਮ ਕੀਤੀਆਂ ਗਈਆਂ? ਇਹ ਵਿਚਾਰਨ ਵਾਲੀ ਗੱਲ ਆ। ਕਿਉਂਕਿ ਅਗਰ ਲੁਧਿਆਣੇ ਦੀ ਇੰਡਸਟਰੀ ਖਤਮ ਹੋ ਰਹੀ ਆ ਤੇ ਉੱਥੇ ਬਾਰਡਰ ਦੇ ਨਾਲ ਹੀ ਲੱਗਦੇ ਇੱਕ ਸ਼ਹਿਰ ਦੇ ਵਿੱਚ, ਤੁਸੀਂ ਸਮਝਦੇ ਹੋ ਕਿਹੜੇ ਸ਼ਹਿਰ ਦੀ ਮੈਂ ਗੱਲ ਕਰਦਾ ਹਾਂ, ਉਸ ਦੇ ਵਿੱਚ ਇੰਡਸਟਰੀ ਰਿਵਾਈਵ ਹੋ ਰਹੀ ਆ, ਉਸ ਨੂੰ ਇੰਡਸਟਰੀਅਲ ਹੱਬ ਬਣਾਇਆ ਜਾ ਰਿਹਾ ਆ। ਕੀ ਕਾਰਨ ਹੈ? ਇਹ ਆਪ ਅਸੀਂ ਸੋਚਣਾ ਆ। ਹੁਣ ਇਹਨਾਂ ਏਜੰਡੇਜ਼ ਨੂੰ ਅਗਰ ਆਪਾਂ ਲੈ ਕੇ ਚੱਲੀਏ ਤੇ ਇਸ ਦੇ ਵਿੱਚ ਉਹਦੀ ਭਗਤ ਸਿੰਘ ਦੇ ਸੋਸ਼ਲ ਰਿਫਾਰਮਸ ਦੀ ਗੱਲ ਆਉਂਦੀ ਹੈ। ਇਹ ਸਾਰੇ ਸੋਸ਼ਲ ਇਸ਼ੂਜ਼ ਨੇ। ਇਸ ਦੇ ਵਿੱਚ ਉਹ ਕਿਸਾਨੀ ਦੀ ਗੱਲ ਕਰ ਰਿਹਾ ਹੈ, ਇਸ ਦੇ ਵਿੱਚ ਉਹ ਲੇਬਰ ਦੀ ਗੱਲ ਕਰ ਰਿਹਾ ਹੈ, ਇਸ ਦੇ ਵਿੱਚ ਉਹ ਐਜੂਕੇਸ਼ਨ ਦੀ ਗੱਲ ਕਰ ਰਿਹਾ ਹੈ, ਇਸ ਦੇ ਵਿੱਚ ਉਹ ਸਿਕਿਉਰਿਟੀ ਦੀ ਗੱਲ ਕਰ ਰਿਹਾ। ਪਰ ਮੈਂ ਜਦੋਂ ਅੱਜ ਦੇ ਮੌਜੂਦਾ ਹਿੰਦੁਸਤਾਨ ਨੂੰ ਦੇਖਦਾ ਹਾਂ, ਉੱਥੇ ਨਾ ਤਾਂ ਮੈਨੂੰ ਲੇਬਰ ਲਈ ਕੁਝ ਨਜ਼ਰ ਆਇਆ, ਨਾ ਮੈਨੂੰ ਉੱਥੇ ਕਿਸਾਨੀ ਲਈ ਕੁਝ ਨਜ਼ਰ ਆਇਆ, ਕਿਉਂਕਿ ਕਿਸਾਨ ਤਾਂ ਵਿਚਾਰਾ ਰੋਜ਼ ਫਾਹਾ ਲੈ ਰਿਹਾ ਆ। ਕਿਸਾਨ ਨੂੰ ਤਾਂ ਪੰਜਾਬ ਸਰਕਾਰ ਦੇ ਤੋਤਾ ਸਿੰਘ ਹੋਣੀ ਝੂਠੇ ਨਸ਼ੇ ਦੇ ਝੂਠੀਆਂ ਦਵਾਈਆਂ ਦੇ ਰਹੇ ਨੇ ਤੇ ਉਹਨੂੰ ਮਜਬੂਰ ਕਰ ਰਹੇ ਨੇ ਕਿ ਉਹ ਫਾਹਾ ਲਵੇ। ਨਾ ਤੁਸੀਂ ਯੂਨੀਵਰਸਲ ਐਜੂਕੇਸ਼ਨ ਦੀ ਜਿੱਥੇ ਗੱਲ ਆ, ਦੁਨੀਆ ਭਰ 'ਚ ਗੱਲ ਅੱਜ ਹੋ ਰਹੀ ਆ, ਉਹ ਐਜੂਕੇਸ਼ਨ ਤੁਸੀਂ ਘਰ ਘਰ ਪਹੁੰਚਾਈ ਆ। ਤੁਸੀਂ ਉਹਨਾਂ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ, ਜਿਹੜੇ ਬੇਸਿਕ ਸੋਸ਼ਲ ਇਸ਼ੂਜ਼ ਨੇ, ਅੱਜ ਤੱਕ ਉਹਨਾਂ ਦੀ ਤੁਸੀਂ ਗੱਲ ਨਹੀਂ ਕਰ ਸਕੇ। ਅਸੀਂ ਪਾਣੀਆਂ ਦੀ ਗੱਲ ਕਰਦੇ ਹਾਂ, ਉਹ ਤਾਂ ਇੱਕ ਅਗਲੇ ਇਸ਼ੂਜ਼ ਨੇ, ਉਹਨਾਂ ਤੱਕ ਤਾਂ ਇਹਨਾਂ ਦੀ ਸੋਚ ਹੀ ਨਹੀਂ ਜਾਂਦੀ। ਉੱਥੇ ਤੱਕ ਤਾਂ ਸਾਨੂੰ ਇਹ ਸਮਝ ਹੀ ਨਹੀਂ ਆਉਂਦਾ, ਕਿਉਂਕਿ ਇਹ ਇਕਨੋਮਿਕਲ ਸਟਰਕਚਰਸ ਤਾਂ ਸਮਝ ਆਉਣ ਅਗਰ ਉਹ ਐਜੂਕੇਸ਼ਨ ਵਾਲਾ ਕੀੜਾ ਸਾਡੇ ਅੰਦਰ ਗਿਆ ਹੋਵੇ। ਅਫਸੋਸ ਹੈ ਕਿ ਉਹ ਗਿਆ ਨਹੀਂ। ਜਿਨ੍ਹਾਂ ਦੇ ਅੰਦਰ ਗਿਆ ਉਹਨਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਜਾਨਾਂ ਵੀ ਵਾਰੀਆਂ। ਉਹ ਜਿਹੜੀਆਂ ਜਾਨਾਂ ਵਾਰੀਆਂ ਉਹ ਪਰਸਨਲ ਲੈਵਲ ਦੇ ਉੱਤੇ ਜਿਹੜਾ ਬੰਦਾ ਮਰ ਗਿਆ ਉਹਨੂੰ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਉਹਨੇ ਵਾਰੀਆਂ ਕਿ ਇਹ ਜਿਹੜੇ ਹੱਕ ਨੇ ਪੰਜਾਬ ਦੇ, ਇਹ ਕਿਤੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਤਬਾਹ ਨਾ ਕਰ ਦੇਣ, ਤਾਂ ਕਰਕੇ ਉਹਨਾਂ ਨੇ ਜਾਨਾਂ ਵਾਰੀਆਂ। ਹੋਰ ਉਹ ਸਾਰੇ ਭਗਤ ਸਿੰਘ ਨੇ। ਹੈਰਾਨੀ ਦੀ ਗੱਲ, ਜਦੋਂ ਆਪਾਂ ਇਹ ਸਾਰੀਆਂ ਗੱਲਾਂ ਕਰ ਰਹੇ ਹਾਂ, ਇਸ ਦੇ ਵਿੱਚ ਇੱਕ ਮੁੱਦਾ ਆ 116 ਦਿਨਾਂ ਦਾ ਹੰਗਰ ਸਟ੍ਰਾਈਕ ਦਾ। ਭਗਤ ਸਿੰਘ ਜੇਲ੍ਹ 'ਚ ਰੱਖਦੇ ਆ ਜੀ। ਹੁਣ ਇੱਥੇ ਕੌਨਸਟੀਟਿਊਸ਼ਨਲ ਗੱਲਾਂ ਕਰਨ ਲੱਗਿਆ ਆ ਮੈਂ ਕਿ ਕੌਨਸਟੀਟਿਊਸ਼ਨ ਦੇ ਵਿੱਚ
भावें वो अंग्रेज़ों का कॉन्स्टिट्यूशन है तो भावें वो हिंदुस्तान का कॉन्स्टिट्यूशन कितने स्टैंड करता है। मैं डिफरेंस देखना चाहता हाँ, पर अफसोस की गल है कि मैनू कोई डिफरेंस नज़र ही नहीं आया। मैं जिन्नी स्टडी करने की कोशिश कर रहा हाँ, मैनू उसदे कोई इहो जी गल ही नहीं नज़र आती कि मैं यह गल कहां कि गोरियां का राज माड़ा सी ते बाबूआं दा राज चंगा आ, क्योंकि मैनू अज भी वही नज़र आ रहा है। ਉਹਦਾ ਕਾਰਨ ਸੰਦੀਪ ਜੀ ਸ਼ਾयਦ ਇਹ ਵੀ ਹੋ ਸਕਦਾ ਕਿਉਂਕਿ ਜਿਹੜਾ ਕਾਨੂੰਨ ਹੈਗਾ, ਜਿਹੜਾ ਭਾਰਤ ਦਾ ਕਾਨੂੰਨ ਹੈ, ਕਨਸਟੀਟਿਊਸ਼ਨ ਹੈਗਾ, ਜੇ ਆਪਾਂ ਉਹਦੇ ਚ ਕਾਨੂੰਨਾਂ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਆਪਾਂ ਬਹੁਤ ਵਾਰੀ ਚੈਨਲ ਤੇ ਡਿਬੇਟਸ ਵਿੱਚ ਵੀ ਗੱਲਬਾਤ ਕਰਦੇ ਹਾਂ ਤੇ ਵੈਸੇ ਵੀ ਸੁਣਨ ਨੂੰ ਮਿਲਦੀ ਆ ਕਿ ਬਹੁਤ ਸਾਰੇ ਕਾਨੂੰਨ ਜਿਹੜੇ ਹੈਗੇ ਨੇ, ਜਿਹੜੇ ਗੋਰਿਆਂ ਨੇ ਸਾਡੇ ਲੋਕਾਂ ਵਾਸਤੇ, ਜਿਹੜੇ ਸਾਡੇ ਗੁਲਾਮ ਭਾਰਤੀਆਂ ਵਾਸਤੇ ਉਸ ਵੇਲੇ ਬਣਾਏ ਸੀਗੇ, ਉਹ ਕਾਨੂੰਨ ਜਿਉਂ ਦੇ ਤਿਉਂ ਜਿਹੜੇ ਹੈਗੇ ਆ ਅੱਗੇ ਵਧੀ ਜਾ ਰਹੇ ਨੇ। ਜਿਹੜੇ ਅੱਜ ਆਪਾਂ ਟ੍ਰੇਡ ਯੂਨੀਅਨ ਬਿੱਲ ਦੀ ਗੱਲ ਕਰੀਏ ਜਾਂ ਹੋਰ ਬਿੱਲ ਕਰੀਏ, ਇਹ ਕਾਨੂੰਨ ਵੀ ਮੇਰਾ ਖਿਆਲ ਜਿਉਂ ਦੇ ਤਿਉਂ ਜਿਹੜੇ ਗੋਰਿਆਂ ਨੇ ਬਣਾਏ ਸੀ ਉਹ ਉਦਾਂ ਹੀ ਆ। ਕੁਝ ਅਮੈਂਡਮੈਂਟਸ ਕਿਤੇ ਨਾ ਕਿਤੇ ਜ਼ਰੂਰ ਹੋਈਆਂ ਕੁਝ ਕਾਨੂੰਨਾਂ ਦੇ ਵਿੱਚ, ਪਰ ਜਿਹੜੇ ਗੁਲਾਮਾਂ ਲਈ ਬਣੇ ਹੋਏ ਕਾਨੂੰਨ ਸੀਗੇ ਉਹ ਅੱਜ ਵੀ ਜਿਹੜੇ ਹੈਗੇ ਨੇ ਉਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਭਾਰਤ ਦੇ ਲੋਕ ਹੈਗੇ ਉਹਨਾਂ ਤੇ ਲਾਗੂ ਕੀਤੇ ਜਾਂਦੇ ਨੇ। ਬਿਲਕੁਲ, ਮੈਂ ਉਦਾਹਰਨ ਦੇਣ ਲੱਗਿਆ ਸੀ ਤੁਹਾਨੂੰ ਕਿ 116 दिन ਦੀ ਭੁੱਖ ਹੜਤਾਲ ਭਗਤ ਸਿੰਘ ਹੁਣੀ ਰੱਖ ਰਹੇ ਨੇ ਜੀ। ਮੰਗ ਇਹ ਹੈ ਕਿ ਇਕੁਅਲ ਰਾਈਟਸ ਹੋਣੇ ਚਾਹੀਦੇ ਨੇ ਜੇਲ੍ਹ ਦੇ ਵਿੱਚ। ਮੰਗ ਇਹ ਹੈ ਕਿ ਅਸੀਂ ਪੋਲੀਟੀਕਲ फाइटर्स हाँ ਜਾਂ ਪੋਲੀਟੀਕਲ ਲੀਡਰਸ हाँ, सो ਤਾਂ ਸਾਨੂੰ ਉਹ ਰਿਸਪੈਕਟ ਬਣਦੀ ਆ। ਸਾਨੂੰ ਅਖਬਾਰਾਂ ਚਾਹੀਦੀਆਂ ਨੇ ਕਿਉਂਕਿ ਤੁਸੀਂ ਗੋਰਿਆਂ ਨੂੰ ਅਖਬਾਰ ਦੇ ਰਹੇ ਹੋ, ਗੋਰੇ ਕੈਦੀਆਂ ਨੂੰ। सो इदा दियां मंगां जिहड़ियां ने सोशल इशूज़, बराबरी की गल, इनू मैं अगर होर सोशल इशूज़ भी छड्ड दां तो अगर एक लफ्ज़ च गल करां तो बराबरी की गल कर रहे हैं। हंगर स्ट्राइक के दौरान 10 जुलाई 1929 ਨੂੰ भगत सिंह ਨੂੰ कोर्ट च पेश किया जाता है। हुण इस जी कोर्ट की पेशी वाल जो मैं तुहानूं लैके जा रहा हाँ, मैं चाहांगा कि इस पेशी नूं तुसीं अज दे मौजूदा हालात नाल कंपेयर करने की कोशिश करियो। जिहड़ा बंदा हंगर स्ट्राइक ते बैठा होया आ, जिन्हों असीं अज भगत सिंह कहते हैं, शहीद भगत सिंह कहते हैं, उस टाइम के लोग उन्होंने टैरोरिस्ट कह रहे सन, साडे अपने बंदे उन्होंने टैरोरिस्ट कह रहे सन। उन्होंने हैंडकफ करके, हैंडकफ का भाव हथकड़ियाँ ला के स्ट्रैचर के उत्ते उन्होंने कचहरी च लैके जाया जा रहा है। मैं जो अपना ध्यान दिल्ली के कचहरियां अज की डेट च लैके जाता तो उत्थे भी मैं यही महसूस करदा कि एक बंदा जिहड़ी बैकबोन च प्रॉब्लम आ, जिहड़ी पिठ दुखदी पई आ, उन्होंने सिर तो लैके पैरों तक जंजीरां च लैके जाया जा रहा है। भगत सिंह की इस एक्टिविटी नाल जिहड़ी हंगर स्ट्राइक सी, एक अखबार द ट्रिब्यून शायद जी, द ट्रिब्यून रेगुलरली उस इंसीडेंट्स नूं कवर कर रहा है। होर जिवें कि पंजाब दे खून च उबाल आउंदा है, पंजाब दे हर घर दे विच रेवोल्यूशन आ, पंजाब दा हर घर दे विच भगत सिंह पैदा हुंदा है। सो उहदा इंपैक्ट लाहौर अते अमृतसर च देखने को मिलता है। किस रूपी कि भगत सिंह ने अंदर हंगर स्ट्राइक रखी है तो बाहर भगत सिंह की उस हंगर स्ट्राइक के उत्ते मीटिंग्स होनियां शुरू हो जांदियां ने। हुण इत्थे जिहड़ा मैं तुहाडा ध्यान लैके जाना चाहुंदा उह धारा 144 सैक्शन 144 उहदे ते लैके जाना चाहुंदा कि ओही 144 उन्हां बंदियां ते लग रही आ जो भगत सिंह दे सोच ते खड़े होने की कोशिश कर रहे हैं, जो भगत सिंह नूं सपोर्ट करने की कोशिश कर रहे हैं। हुण वही सैक्शन 144 मैं तुहाडा ध्यान पंजाब च लैके जाना चाहुंदा हां, मैं तुहाडा ध्यान यूपी च लैके जाना चाहुंदा हां, मैं तुहाडा ध्यान हिंदुस्तान दियां अलग अलग उन्हां स्टेट्स च लैके जाना चाहुंदा हां जिथे लोग प्रोटेस्ट करने लई सड़क ते आउंदे ने जां पहलां प्री प्लैंड अनाउंस करदे ने कि असीं इह काम करना है। उन्हां एरियाज़ दे विच धारा 144 अज भी लगती है। सो डिफरेंस की होया? सिर्फ एक ही डिफरेंस होया कि गोरे गए बाबू आ गए। फिर भगत सिंह के उत्ते जिहड़े केसिस दियां जिहड़ियां धारावां लगदियां ने, सैक्शन 307 307 अटैम्प्ट टू मर्डर, अज भी सैक्शन 307 अटैम्प्ट टू मर्डर ही है। एक्सप्लोसिव सबसटेंस एक्ट भगत सिंह ते लगदा है, अज भी लगदा है, जिन्ने भी बंदे हैगे आ कई एविडेंस कईयां दे नाम लै सकते हैं। सैक्शन 121 सैक्शन 121A सैक्शन 122 सैक्शन 123
ਇਹ ਸਾਰੇ ਜਿਹੜੇ ਐਕਟਸ ਨੇ ਅੱਜ ਵੀ ਹਿੰਦੁਸਤਾਨ ਦੇ ਕਨਸਟੀਟਿਊਸ਼ਨ 'ਚ ਮੌਜੂਦ ਨੇ। ਸਿਡੇਸ਼ਨ ਲਾਅ ਭਗਤ ਸਿੰਘ ਤੇ ਲੱਗਦਾ ਆ, ਅੱਜ ਦੀ ਡੇਟ ਦੇ ਉੱਤੇ ਸਰਬੱਤ ਖਾਲਸਾ ਕਰਨ ਵਾਲਿਆਂ ਦੇ ਉੱਤੇ ਲੱਗਦਾ ਆ, JNU ਦੇ ਵਿਦਿਆਰਥੀਆਂ ਦੇ ਉੱਤੇ ਸਿਡੇਸ਼ਨ ਦੇ ਲਾਅ ਲੱਗਦੇ ਨੇ। ਸੋ ਭਾਵ ਜਿਹੜੀਆਂ ਨੇ ਇਹ ਜਿਹੜੀਆਂ ਐਗਜ਼ਾਮਪਲਸ ਨੇ, ਇਸ ਤੋਂ ਜਿਹੜੀ ਸੱਚ ਜਿਹੜਾ ਤੱਥ ਸਾਹਮਣੇ ਆਉਂਦਾ, ਜਿਹੜੀ ਸੱਚਾਈ ਸਾਹਮਣੇ ਆਉਂਦੀ ਆ, ਉਹ ਆਉਂਦੀ ਹੈ ਕਿ ਕਨਸਟੀਟਿਊਸ਼ਨਲ ਡਿਫਰੈਂਸਿਸ ਕੀ ਨੇ। ਕਨਸਟੀਟਿਊਸ਼ਨ ਦੇ ਵਿੱਚ ਅਗਰ ਪਹਿਲਾਂ ਭਗਤ ਸਿੰਘ ਨੂੰ ਇੰਨਾ ਹੀ ਧਾਰਾਵਾਂ ਦੇ ਵਿੱਚ ਫਾਂਸੀ ਲੱਗਦੀ ਆ, ਤੇ ਅੱਜ ਵੀ ਉਹਨਾਂ ਹੀ ਧਾਰਾਵਾਂ ਦੇ ਵਿੱਚ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ, ਜਿੰਦਾ, ਸੁੱਖਾ, ਹੋਰ ਅਨੇਕਾਂ ਸਿੱਖਾਂ ਨੂੰ ਜਾਂ ਹੋਰ ਅਨੇਕਾਂ ਮੁਸਲਮਾਨਾਂ ਨੂੰ ਜਾਂ ਹੋਰ ਕਈ ਲੋਕਾਂ ਨੂੰ ਇਹਨਾਂ ਧਾਰਾਵਾਂ ਦੇ ਵਿੱਚ ਫਾਂਸੀ ਲੱਗਦੀ ਹੈਗੀ ਆ। ਸੋ ਉਹਨਾਂ ਨੂੰ ਕਿਸ ਜਗ੍ਹਾ ਦੇ ਉੱਤੇ ਖੜਾ ਕਰਨਾ ਆ। ਇਹਦੇ ਨਾਲ ਹੀ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਐਜ਼ ਅ ਰੈਵੋਲੂਸ਼ਨਰੀ, ਸਾਡੇ ਲਈ ਉਹ ਰੈਵੋਲੂਸ਼ਨਰੀ ਆ, ਪਰ ਕਿਸੇ ਲਈ ਉਹ ਟੈਰਰਿਸਟ ਆ। ਕੁਝ ਬੰਦੇ ਉਹਨੂੰ ਟੈਰਰਿਸਟ ਕਹਿੰਦੇ ਨੇ ਜਾਂ ਕਹਿੰਦੇ ਸਨ। ਹੁਣ ਸਵਾਲ ਜਿਹੜੀ ਗੱਲ ਮੈਂ ਤੁਹਾਡੇ ਵੱਲ ਲੈ ਕੇ ਆਉਣਾ ਚਾਹ ਰਿਹਾ ਕਿ ਅੱਜ ਦਾ ਨੌਜਵਾਨ ਕੀ ਕਰੇ ਜਾਂ ਅੱਜ ਦੀ ਮਾਂ ਕੀ ਕਰੇ। ਜਦੋਂ ਮੈਂ ਮਾਂ ਦੀ ਗੱਲ ਕਰਦਾ ਤਾਂ ਉਸ ਦੇ ਬਹੁਤ ਵੱਡਾ ਰੋਲ ਆ ਮਾਂ ਦਾ। ਇਤਿਹਾਸ ਦੇ ਵਿੱਚ ਅੱਜ ਤੋਂ ਬਹੁਤ ਪੁਰਾਣੀ ਗੱਲ ਨਹੀਂ, ਨਵੀਂ ਗੱਲ ਆ। ਗਦਲੀ ਪਿੰਡ ਦੇ ਵਿੱਚ ਇੱਕ ਬੀਬੀ ਬੈਠੀ ਆ, ਉਹਦੇ ਬੇਟੇ ਤੇ ਉਹਦਾ ਇੱਕ ਕਜ਼ਨ ਬ੍ਰਦਰ ਮੋਟਰਸਾਈਕਲ ਦੇ ਉੱਤੇ ਘੁੰਮਦੇ ਘੁੰਮਦੇ ਘਰ ਨੂੰ ਆਉਂਦੇ ਨੇ, ਤੇ ਉਹ ਮਾਤਾ ਉਹਨਾਂ ਨੂੰ ਕਹਿੰਦੀ ਆ ਕਿ ਕੀ ਤੁਸੀਂ ਵੱਡੇ ਭਗਤ ਸਿੰਘ ਬਣੇ ਫਿਰਦੇ ਹੋ, ਮੋਟਰਸਾਈਕਲ ਚੱਕ ਕੇ ਇੱਧਰ ਉੱਧਰ ਘੁੰਮਦੇ ਫਿਰਦੇ ਰਹਿੰਦੇ ਹੋ, ਕੁਝ ਭਗਤ ਸਿੰਘ ਵਰਗਾ ਕਰਕੇ ਵੀ ਦਿਖਾਓ। ਉਹ ਬੰਦੇ ਇਤਿਹਾਸ ਰਚਦੇ ਨੇ। ਉਹਨਾਂ ਦਾ ਨਾਮ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਆ, ਤੇ ਉਹ ਆਪਣੀਆਂ ਜੇਲ੍ਹ ਚਿੱਠੀਆਂ 'ਚ ਲਿਖਦੇ ਨੇ ਕਿ ਅਸੀਂ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦੇ ਹਾਂ। ਉਹ ਭਗਤ ਸਿੰਘ ਨੂੰ ਆਪਣਾ ਪੈਰੋਕਾਰ ਮੰਨਦੇ ਸਨ, ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਵੀ ਮੰਨਦੇ ਸਨ। ਇਹਦੇ ਨਾਲ ਹੀ ਮੈਂ ਇੱਕ ਹੋਰ ਤੱਥ ਜਦੋਂ ਦੇਖਦਾ ਹਾਂ ਤੇ ਮੈਨੂੰ ਬੜਾ ਇੰਟਰਸਟਿੰਗ ਲੱਗਿਆ ਉਹ ਵੀ, ਕਿ ਭਗਤ ਸਿੰਘ ਨੂੰ ਜਦੋਂ ਕੋਰਟ 'ਚ ਪੇਸ਼ ਕੀਤਾ ਜਾਂਦਾ ਆ ਤੇ ਜੱਜ ਕਹਿੰਦਾ ਹੈ ਕਿ ਤੁਸੀਂ ਆਪਣੀ ਪੈਰਵਾਈ ਲਈ ਕੋਈ ਵਕੀਲ ਖੜਾ ਕਰੋ, ਤੇ ਭਗਤ ਸਿੰਘ ਅੱਗੇ ਜਵਾਬ ਦਿੰਦਾ ਆ ਕਿ ਮੈਨੂੰ ਪਤਾ ਕਿ ਤੁਸੀਂ ਕੀ ਫੈਸਲਾ ਸੁਣਾਉਣਾ ਆ, ਤੁਸੀਂ ਐਵੇਂ ਟਾਈਮ ਵੇਸਟ ਕਰਦੇ ਪਏ ਹੋ ਇਹ ਕੇਸ ਚਲਾ ਕੇ, ਤੁਸੀਂ ਫੈਸਲਾ ਤਾਂ ਪਹਿਲਾਂ ਹੀ ਸੋਚ ਕੇ ਰੱਖਿਆ ਆ। ਭਾਵ ਇਹ ਆ ਕਿ ਭਗਤ ਸਿੰਘ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਤੁਹਾਡੀ ਕਨਸਟੀਟਿਊਸ਼ਨ ਤੇ ਵਿਸ਼ਵਾਸ ਨਹੀਂ ਹੈਗਾ ਤੇ ਮੈਂ ਇਹ ਪੈਰਵਾਈ ਹੀ ਕਿਉਂ ਕਰਾਂ। ਹੁਣ ਇਸ ਦੇ ਵਿੱਚ ਜਿਹੜਾ ਵੱਡਾ ਕਨਫਲਿਕਟ ਖੜਾ ਹੋ ਰਿਹਾ ਉਹ ਇਹ ਖੜਾ ਹੋ ਰਿਹਾ ਕਿ ਉਹਨਾਂ ਹੀ ਧਾਰਾਵਾਂ ਨੂੰ ਲੈ ਕੇ ਅਸੀਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਣਾਇਆ ਆ। ਭਗਤ ਸਿੰਘ ਇਹਨਾਂ ਧਾਰਾਵਾਂ ਦੇ ਵਿਰੁੱਧ ਕਹਿ ਰਿਹਾ ਕਿ ਮੈਂ ਤੁਹਾਡੇ ਕਨਸਟੀਟਿਊਸ਼ਨ 'ਚ ਵਿਸ਼ਵਾਸ ਨਹੀਂ ਰੱਖਦਾ। ਤੁਸੀਂ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਧਾਰਾਵਾਂ ਦੇ ਅਧੀਨ ਭਗਤ ਸਿੰਘ ਹੋਰਾਂ ਨੂੰ ਤੇ ਅਨੇਕਾਂ ਸੂਰਬੀਰ ਯੋਧਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਉਹੀ ਧਾਰਾਵਾਂ ਨੂੰ ਲੈ ਕੇ ਆਏ ਹੋ, ਤੇ ਉਸ ਦੇ ਵਿੱਚ ਤੁਸੀਂ ਭਗਤ ਸਿੰਘ ਦੀ ਸ਼ਹਾਦਤ ਦੇ ਨਾਲ ਇੱਕ ਮਜ਼ਾਕ ਕਰ ਰਹੇ ਹੋ, ਉਹਦੀ ਸ਼ਹਾਦਤ ਨੂੰ ਰੋਲਣ ਦੀ ਕੋਸ਼ਿਸ਼ ਕਰ ਰਹੇ ਹੋ। ਭਗਤ ਸਿੰਘ ਦੀ ਇਹ ਗੱਲ ਕੋਰਟ 'ਚ ਕਹਿਣੀ ਇੱਕ ਵੱਡੀ ਅਹਿਮੀਅਤ ਰੱਖਦੀ ਹੈ। ਤੇ ਜਦੋਂ ਮੈਂ ਅੱਜ ਰਿਜ਼ੈਂਬਲ ਕਰਾਂ ਪੰਜਾਬ ਦੇ ਨਾਲ ਇਹਨੂੰ, ਤਾਂ ਉਦੋਂ ਤਾਰਾ ਜਾਂ ਰਾਜੋਆਣਾ ਸਾਹਿਬ ਇਹ ਲੋਕ ਇਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਕਨਸਟੀਟਿਊਸ਼ਨ 'ਚ ਵਿਸ਼ਵਾਸ ਨਹੀਂ ਰੱਖਦੇ, ਇਸ ਲਈ ਅਸੀਂ ਕੇਸ ਲੜਨ ਲਈ ਵੀ ਸਹਿਮਤ ਨਹੀਂ ਆ। ਇਹਨਾਂ 'ਚ ਮੈਨੂੰ ਭਗਤ ਸਿੰਘ ਨਜ਼ਰ ਆ ਰਹੇ, ਕਿਉਂਕਿ ਉਹੀ ਰੈਵੋਲੂਸ਼ਨ ਇਹਨਾਂ ਦੇ ਵਿੱਚ ਵੀ ਦਿਖਦੀ ਪਈ ਹੈਗੀ ਆ। ਸੋ ਇਹਨਾਂ ਸਾਰੀਆਂ ਜਿਹੜੀਆਂ ਇਹ ਗੱਲਾਂ ਨੇ, ਇਹ ਐਕਚੁਅਲ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਇਹ ਗੱਲਾਂ ਕਰਨੀਆਂ ਜ਼ਰੂਰੀ ਨੇ। ਜਦੋਂ ਅਸੀਂ ਕਿਸੇ ਵੀ ਮੂਵਮੈਂਟ ਨੂੰ ਕੰਪੇਅਰ ਕਰਨਾ ਆ ਤਾਂ ਉਹਨੂੰ ਮੌਜੂਦਾ ਹਾਲਾਤਾਂ ਦੇ ਨਾਲ ਕੰਪੇਅਰ ਕਰਨਾ ਚਾਹੀਦਾ ਆ, ਤੇ ਦੇਖਣਾ ਚਾਹੀਦਾ ਆ ਕਿ ਅਗਰ ਅਸੀਂ ਉਦੋਂ ਸਕੇਲ 0 ਤੇ ਖੜੇ ਸੀ ਤੇ ਅੱਜ ਕੀ ਅਸੀਂ ਅਗਰ ਆਊਟ ਆਫ 10 ਕਿੱਥੇ ਪਹੁੰਚ ਗਏ ਆ, ਜਾਂ ਕਿਤੇ ਨੈਗੇਟਿਵ ਵਾਲੇ ਪਾਸੇ ਤਾਂ ਨਹੀਂ ਚਲੇ ਗਏ। ਤੇ ਮੈਂ ਅਫਸੋਸ ਨਾਲ ਇਹ ਗੱਲ ਕਹਿ ਰਿਹਾ ਆ ਕਿ ਅਸੀਂ ਨੈਗੇਟਿਵ ਵਾਲੇ ਪਾਸੇ ਚਲੇ ਗਏ। ਉਹਦੀ ਇੱਕ ਉਦਾਹਰਨ ਦੇ ਰਿਹਾ ਆ। ਭਗਤ ਸਿੰਘ ਹੋਣਾ ਦੇ ਸਮੇਂ ਜਾਂ ਗੋਰਿਆਂ ਦੇ ਸਮੇਂ ਜਿਹੜੇ ਕੋਰਟ ਕੇਸਿਸ ਚੱਲੇ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਮੇਜਰ ਕੇਸਿਸ ਦੇਖਣ ਨੂੰ ਮਿਲਦੇ ਉਹ 2 ਤੋਂ 3 ਸਾਲ ਚੱਲੇ ਨੇ। ਅੱਜ ਦੇ ਕੇਸਿਸ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਸਾਲ ਚੱਲੇ ਆ, ਭਾਵੇਂ ਉਹ ਪ੍ਰੋਫੈਸਰ ਭੁੱਲਰ ਹੋਵੇ,
ਭਾਵੇਂ ਉਹ ਰਾਜੋਆਣਾ ਹੋਵੇ, ਭਾਵੇਂ ਉਹ ਹਵਾਰਾ ਸਾਹਿਬ ਹੋਣ, ਤੇ ਅਨੇਕਾਂ ਹੋਰ ਸਿੱਖ ਹੋ ਸਕਦੇ, ਮੁਸਲਮਾਨ ਹੋ ਸਕਦੇ। 25 ਸਾਲ ਤੇ ਸਾਨੂੰ ਐਗਜ਼ਾਮਪਲ ਸਾਡੇ ਪੰਜਾਬ 'ਚ ਹੀ ਮਿਲ ਜਾਏਗੀ ਜੀ ਉੱਥੇ, ਜਿਹੜੇ ਬਿਲਕੁਲ ਮੇਰਾ ਖਿਆਲ ਆ 25 ਸਾਲਾਂ 'ਚ ਬਹੁਤ ਸਾਰੇ ਕੇਸਿਸ ਤਾਂ ਐਸੇ ਆ ਜਿਨ੍ਹਾਂ ਦੇ ਗਵਾਹ ਵੀ ਨਹੀਂ ਭੁਗਤੇ, ਜਾਂ ਮੇਰੇ ਖਿਆਲ 10 ਸਾਲ ਤਾਂ ਇੱਦਾਂ ਵੀ ਲੰਘ ਗਏ ਕੇਸਾਂ ਦੇ ਕਿ ਪੁਲਿਸ ਨੇ ਜਿਹੜਾ ਹੈਗਾ ਚਲਾਨ ਵੀ ਪੇਸ਼ ਨਹੀਂ ਕੀਤੇ ਹੋਣਗੇ 2-2 4-4 ਸਾਲ, ਜਾਂ ਕੋਈ ਐਵੀਡੈਂਸ ਨਹੀਂ ਦਿੱਤਾ ਹੋਊਗਾ, ਜਾਂ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਹੋਊਗੀ। ਆਪਾਂ ਗੱਲ ਕੀਤੀ ਹੈ ਸੰਦੀਪ ਜੀ ਭਗਤ ਸਿੰਘ ਸ਼ਹੀਦੀ ਨੂੰ ਕਿੱਦਾਂ ਦੇਖਦੇ ਸੀਗੇ, ਉਹਨਾਂ ਦੇ ਮਾਪਦੰਡ ਕੀ ਸੀ, ਉਹ ਕਿੱਦਾਂ ਦਾ ਭਾਰਤ ਚਾਹੁੰਦੇ ਸੀ, ਉਹ ਕੀ ਚੇਂਜ ਚਾਹੁੰਦੇ ਸੀ ਭਾਰਤ ਦੇ ਵਿੱਚ। ਉਹ ਸਿਰਫ ਇੱਕ ਚੀਜ਼ ਚੇਂਜ ਨਹੀਂ ਚਾਹੁੰਦੇ ਸੀ ਕਿ ਗੋਰੇ ਚਲੇ ਜਾਣ ਤੇ ਸਾਡੇ ਹੱਥ 'ਚ ਰਾਜ ਆ ਜਾਏ। ਉਹ ਬਹੁਤ ਉਸ ਰਾਜ ਦੇ ਦੌਰਾਨ ਜਿਹੜਾ ਉਹ ਕਾਨੂੰਨ ਸੀ, ਉਸ ਕਾਨੂੰਨ ਦੇ ਦੌਰਾਨ ਜਿਹੜੀਆਂ ਵਧੀਕੀਆਂ ਹੁੰਦੀਆਂ ਸੀਗੀਆਂ, ਉਹ ਕਾਨੂੰਨਾਂ ਦੇ ਵਿੱਚ ਚੇਂਜ ਚਾਹੁੰਦੇ ਸੀ। ਉਹ ਭਾਰਤ ਦੇ ਲੋਕਾਂ ਦੇ ਨਾਲ ਜਿਹੜਾ ਇੱਕ ਕਲਚਰ ਬਣ ਗਿਆ ਸੀਗਾ ਕਿ ਇਹ ਇਸ ਤਰ੍ਹਾਂ ਹੀ ਜੀਨੇ ਆ, ਜਿਹਨੂੰ ਆਪਾਂ ਜਾਤੀਵਾਦ ਕਹਿ ਦਿੰਦੇ ਹਾਂ, ਅਮੀਰ ਤੇ ਗਰੀਬ ਦਾ ਫਰਕ ਕਹਿ ਦਿੰਦੇ ਹਾਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਨੂੰ ਵੀ ਉਹ ਦੂਰ ਕਰਨਾ ਚਾਹੁੰਦੇ ਸੀਗੇ। ਪਰ ਜਿਹੜੀ ਇਹ ਭਗਤ ਸਿੰਘ ਦੀ ਇਹ ਸੋਚ ਸੀਗੀ, ਜਾਂ ਕੋਈ ਖਾਸ ਕਾਰਨਾਂ ਕਰਕੇ, ਜਾਂ ਕਿਸੇ ਖਾਸ ਅਡੰਬਰ ਕਰਕੇ, ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਕਰਕੇ ਇਹ ਸਾਡੇ ਨੌਜਵਾਨਾਂ ਤੱਕ ਪਹੁੰਚਣ ਨਹੀਂ ਦਿੱਤੀ। ਜੇ ਭਗਤ ਸਿੰਘ ਦੀ ਕੋਈ ਗੱਲ ਪ੍ਰਮੋਟ ਕੀਤੀ ਗਈ ਤਾਂ ਬਸ ਇਹ ਕੀਤੀ ਗਈ ਕਿ ਉਹਨੇ ਸਾਂਡਰਸ ਨੂੰ ਗੋਲੀ ਮਾਰਤੀ ਸੀ, ਔਰ ਇਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਇੰਨਾ ਪਬਲਿਸਾਈਜ਼ ਕੀਤਾ ਗਿਆ ਕਿ ਹਰ ਨੌਜਵਾਨ ਜਿਹੜਾ ਆਪਣੇ ਆਪ ਨੂੰ ਭਗਤ ਸਿੰਘ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਐਂ ਲੱਗਦਾ ਕਿ ਮੈਂ ਬੰਦੂਕ ਚੱਕਾਂ ਤਾਂ ਕਿਸੇ ਦੇ ਜਿਹੜਾ ਵਿਰੋਧੀ ਹੈਗਾ ਜਾਂ ਜਿਹੜਾ ਕੋਈ ਗਲਤ ਬੰਦਾ ਹੈਗਾ ਉਹਨੂੰ ਗੋਲੀ ਮਾਰਦਾ ਮੈਂ ਭਗਤ ਸਿੰਘ ਬਣ ਜਾਊਗਾ। ਨਹੀਂ, ਭਗਤ ਸਿੰਘ ਜਿੱਦਾਂ ਸੰਦੀਪ ਜੀ ਨੇ ਹੁਣੇ ਜ਼ਿਕਰ ਕੀਤਾ ਕਿ ਉਹਨਾਂ ਦੀ ਸੋਚ ਇੱਕ ਮੁੱਦੇ ਦੇ ਉੱਤੇ ਇੱਕ ਸੋਚ ਸੀ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਸੰਦੀਪ ਜੀ, ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਭਗਤ ਸਿੰਘ ਨੂੰ ਜਦੋਂ ਆਪਾਂ ਡਿਫਾਈਨ ਕਰਨ ਲੱਗਦੇ ਹਾਂ ਜਾਂ ਭਗਤ ਸਿੰਘ ਦੇ ਬਾਰੇ ਗੱਲ ਕਰਨ ਲੱਗਦੇ ਹਾਂ, ਤੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇੱਕ ਹੋਰ ਬੜਾ ਕਨਫਲਿਕਟ ਖੜਾ ਹੁੰਦਾ ਬਾਰ-ਬਾਰ। ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਮਾਰਕਸਵਾਦੀ ਕਹਿ ਦਿੰਦੇ ਨੇ, ਤੇ ਜਦੋਂ ਉਹਨਾਂ ਨੂੰ ਮਾਰਕਸਵਾਦੀ ਕਹਿ ਦਿੱਤਾ ਜਾਂਦਾ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣਾ ਲੈਂਦੇ ਨੇ ਕਿ ਮਾਰਕਸਵਾਦੀ ਕਿੱਦਾਂ ਦੇ ਹੁੰਦੇ ਨੇ, ਮਾਰਕਸਵਾਦੀਆਂ ਦਾ ਰਸ਼ੀਆ ਦਾ ਇਤਿਹਾਸ ਕਿੱਦਾਂ ਦਾ ਹੈ, ਚਾਈਨਾ ਦਾ ਇਤਿਹਾਸ ਕਿੱਦਾਂ ਦਾ ਆ। ਉਹ ਲੋਕ ਭਗਤ ਸਿੰਘ ਦੀ ਉਹ ਤਸਵੀਰ ਦੇਖਣ ਲੱਗ ਪਏ ਨੇ। ਆਪਾਂ ਪਹਿਲਾਂ ਵਾਇਰਸ ਦੀ ਗੱਲ ਕੀਤੀ ਸੀ, ਔਰ ਉਸ ਜਿਹੜੀ ਮਾਰਕਸਵਾਦ ਜਦੋਂ ਭਗਤ ਸਿੰਘ ਦੇ ਨਾਲ ਜੋੜ ਦਿੰਦੇ ਆ ਤੇ ਜਿਹੜੀ ਭਗਤ ਸਿੰਘ ਦੀ ਤਸਵੀਰ ਬਣਨੀ ਸ਼ੁਰੂ ਹੁੰਦੀ ਆ ਦਿਮਾਗ ਦੇ ਵਿੱਚ, ਉਹਦੇ 'ਚ ਵਾਇਲੈਂਸ ਜਿਹੜਾ ਹੈਗਾ ਉਹ ਦਿਖਣ ਲੱਗ ਪੈਂਦਾ। ਇਹ ਕੀ ਕਾਰਨ ਨੇ ਕਿ ਭਾਰਤ ਦੇ ਵਿੱਚ ਭਗਤ ਸਿੰਘ ਦੀ ਜਿਹੜੀ ਅਸਲੀ ਸੋਚ ਸੀ ਉਹਨੂੰ ਨਾ ਪ੍ਰਮੋਟ ਕਰਕੇ, ਉਹਨੂੰ ਲੋਕਾਂ ਦੇ ਅੱਗੇ ਨਾ ਲਿਆ ਕੇ ਸਿਰਫ ਉਹਦਾ ਇੱਕ ਹੀ ਪੱਖ ਜਿਹੜਾ ਹੈਗਾ ਉਹ ਸਾਹਮਣੇ ਰੱਖਿਆ ਜਾਂਦਾ, ਔਰ ਲੋਕ ਜਿਹੜੇ ਹੈਗੇ ਉਹਨੂੰ ਵੱਖਰੀਆਂ ਜਿਹੜੀਆਂ ਸੋਚ ਹੈਗੀਆਂ, ਮਾਰਕਸਵਾਦੀ ਸੋਚ ਹੈਗੀ ਜਾਂ ਹੋਰ ਜਿਹੜੀਆਂ ਸੋਸ਼ਲ ਸੋਚਾਂ ਹੈਗੀਆਂ ਵੀ ਉਹ ਇਦਾਂ ਦੇ ਸੀ ਉੱਦਾਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਕਰਕੇ ਮੇਰਾ ਖਿਆਲ ਹੈ ਕਿ ਭਗਤ ਸਿੰਘ ਦਾ ਜਿਹੜਾ ਅਸਲੀ ਏਜੰਡਾ ਸੀ ਉਹ ਕਿਤੇ ਦੱਬਿਆ ਰਹਿ ਜਾਂਦਾ। ਕੀ ਕਾਰਨ ਹੋ ਸਕਦੇ ਆ ਇਹਦੇ 'ਚ? ਦੇਖੋ, ਪਹਿਲੀ ਗੱਲ ਤਾਂ ਇੱਕ ਵੱਡੀ ਡਿਵੀਜ਼ਨ ਪਾਉਣ ਦੀ ਗੱਲ ਹੈਗੀ ਆ। ਮੈਂ ਅੱਜ ਹੀ ਆਪਾਂ ਇਕੱਠੇ ਸੀਗੇ, ਉਦੋਂ ਅਸੀਂ ਜਦੋਂ ਊਧਮ ਸਿੰਘ ਨੂੰ ਦੇਖ ਰਹੇ ਸੀਗੇ, ਕਰਤਾਰ ਸਿੰਘ ਸਰਾਭਾ ਜੀ ਨੂੰ ਦੇਖ, ਤੇ ਕਰਤਾਰ ਸਿੰਘ ਸਰਾਭਾ ਜੀ ਨੂੰ ਜਦੋਂ ਆਪਾਂ ਗੂਗਲਿੰਗ ਕਰ ਰਹੇ ਹਾਂ ਤੇ ਉਸ ਵਿੱਚ ਕੁਝ ਫੋਟੋਜ਼ ਆਈਆਂ ਜਿਸ ਦੇ ਵਿੱਚ ਉਹਨਾਂ ਨੂੰ ਰੋਮਾ ਦੀ ਬੇਅਦਬੀ ਕਰਕੇ ਉਹਨਾਂ ਦੀਆਂ ਫੋਟੋਜ਼ ਦਿਖਾਈਆਂ ਗਈਆਂ, ਜੋ ਕਿ ਬਿਲਕੁਲ ਹੀ ਕੱਟੇ ਹੋਏ ਵਾਲਾਂ ਦੇ ਵਿੱਚ ਬਿਨਾਂ ਪੱਗ ਤੋਂ ਕਲੀਨ ਸ਼ੇਪ ਜਿਹੜਾ ਹੈਗਾ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਜਿਹੜੀ ਹੈਗੀ ਆ ਉਹ ਪੁਰਾਣੇ ਉਹਦੇ ਵਿੱਚ ਬਣਾਈ ਗਈ। ਤੇ ਨਾਲ ਹੀ ਜਿਹੜੀ ਬੁੱਕ ਆ ਜਿਹਦਾ ਉਹ ਟਾਈਟਲ ਬਣਾਈ ਹੋਈ ਆ ਉਹ ਹੈਗੀ ਆ ਸਰਦਾਰ ਕਰਤਾਰ ਸਿੰਘ ਸਰਾਭਾ ਜੀਵਨ ਅਤੇ ਸ਼ਹਾਦਤ। ਇਹ ਬੁੱਕ ਹੈਗੀ ਆ। ਉਹਨੂੰ ਮੈਂ ਇਸ ਲਈ ਇਹ ਗੱਲ ਕਰ ਰਿਹਾ ਹਾਂ ਕਿਉਂਕਿ ਇਹ ਇੱਕ ਨਵੀਂ ਕਨਫਿਊਜ਼ਨ ਖੜੀ ਕਰਨ ਵਾਸਤੇ ਹੀ ਇਹ ਸ਼ਰਾਰਤ ਕੀਤੀ ਗਈ ਹੈਗੀ ਆ। ਪਰ ਜਦੋਂ ਮੈਂ ਇਹ ਗੱਲ ਕਹਿ ਰਿਹਾ ਹਾਂ, ਇਹਦਾ ਭਾਵ ਇਹ ਨਹੀਂ ਹੈ ਕਿ ਕਰਤਾਰ ਸਿੰਘ ਸਰਾਭਾ ਜਾਂ ਊਧਮ ਸਿੰਘ ਜਾਂ ਭਗਤ ਸਿੰਘ ਦੀ ਰਿਸਪੈਕਟ ਕਿਸੇ ਦੇ ਵੀ ਮਨੋਂ ਘਟ ਜਾਏਗੀ। ਕੋਈ ਮਾਰਕਸਿਸਟ ਆ, ਉਹਨੂੰ ਮਾਰਕਸਿਸਟ ਵਾਂਗੂ ਦੇਖਣਾ ਚਾਹੁੰਦਾ, ਮੁਬਾਰਕ ਆ ਉਹਨੂੰ। ਕੋਈ ਕਿਸੇ ਨੇ ਕਾਮਰੇਡ ਦੇਖਣਾ, ਮੁਬਾਰਕ ਆ। ਪਰ ਸੱਚ ਜਿਹੜਾ ਆ, ਸੱਚ ਉਹ ਹੁੰਦਾ ਆ ਜਿਹੜਾ ਲੁਕਾਇਆ ਨਹੀਂ ਜਾ ਸਕਦਾ ਹੈਗਾ। ਇੱਕ ਗੱਲ ਤਾਂ ਸਪਸ਼ਟ ਆ ਕਿ ਇਸ ਗੱਲ ਨੂੰ ਕਾਮਰੇਡ ਵੀ ਐਕਸੈਪਟ ਕਰਦੇ ਨੇ ਕਿ ਭਗਤ ਸਿੰਘ ਜਿਹੜਾ ਆ ਉਹ ਗਦਰੀ ਮੂਵਮੈਂਟ ਨੂੰ ਸਪੋਰਟ ਕਰਦਾ ਸੀ ਜੀ। ਦੂਸਰੀ ਇਹ ਵੀ ਗੱਲ ਸੱਚ ਆ ਕਿ ਜਿਹੜਾ ਪਰਿਵਾਰ ਸੀਗਾ ਉਹਦੇ ਉਸ ਪਰਿਵਾਰ ਦੇ ਵਿੱਚ ਉਹਦੀ ਗਦਰੀ ਨਿਕਲੇ ਵੀ ਨੇ ਜੀ, ਭਾਵੇਂ ਉਹਨਾਂ ਦੇ ਚਾਚਾ ਜੀ ਹੋਣ ਨਾ। ਤੀਸਰੀ ਜਿਹੜੀ ਗੱਲ ਆ ਉਹ ਹੈਗੀ ਆ ਕਿ who was the last person to meet ਭਗਤ ਸਿੰਘ। ਭਾਵੇਂ ਕਿ ਮੈਂ ਇਸ ਡਿਬੇਟ 'ਚ ਬਿਲਕੁਲ ਨਹੀਂ ਜਾਣਾ ਚਾਹੁੰਦਾ, ਇਸ ਡਿਬੇਟ ਦੇ ਨਾਲ ਇੱਕ ਕਨਫਲਿਕਟ ਖੜਾ ਹੁੰਦਾ ਤੇ ਮੈਂ ਚਾਹੁੰਦਾ ਹੀ ਨਹੀਂ ਕਿ ਉਹ ਕਨਫਲਿਕਟ ਖੜਾ ਹੋਵੇ।
ਭਗਤ ਸਿੰਘ ਨੂੰ ਅਖੀਰ ਦੇ ਵਿੱਚ ਭਾਈ ਰਣਧੀਰ ਸਿੰਘ ਹੋਣੀ ਮਿਲੇ ਆ। ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਹੋਣਾ ਨਾਲ ਮੁਲਾਕਾਤ ਕਰਨ ਦੀ ਜਿੱਦ ਕੀਤੀ ਜਾਂ ਗੱਲਬਾਤ ਕੀਤੀ, ਤੇ ਭਾਈ ਰਣਧੀਰ ਸਿੰਘ ਹੋਣੀ ਜੋ ਕਿ ਗਦਰੀਆਂ ਵਿੱਚੋਂ ਨੇ, ਉਹਨਾਂ ਦਾ ਸਤਿਕਾਰ ਇਸੇ ਲਈ ਭਾਈ ਰਣਧੀਰ ਸਿੰਘ ਹੋਣਾ ਨੂੰ ਬਹੁਤ ਰਿਸਪੈਕਟ ਮਿਲਦੀ ਹੈ ਕਿਉਂਕਿ ਉਹ ਇੱਕ ਫਰੀडम फाइटर ਰਹੇ ਨੇ। ਹੋਰ ਭਗਤ ਸਿੰਘ ਵੀ ਇੱਕ ਉਹਨਾਂ ਦੀ ਰਿਸਪੈਕਟ ਇਸੇ ਲਈ ਕਰਦੇ ਨੇ। ਸੋ ਭਾਈ ਰਣਧੀਰ ਸਿੰਘ ਉਹਨਾਂ ਨੂੰ ਮਿਲਣ ਤੋਂ ਇਨਕਾਰੀ ਹੋ ਜਾਂਦੇ ਨੇ ਕਿ ਤੂੰ ਰੋਮਾ ਦੀ ਬੇਅਦਬੀ ਕੀਤੀ ਹੈ ਤਾਂ ਕਰਕੇ ਮੈਂ ਤੈਨੂੰ ਨਹੀਂ ਮਿਲਣਾ। ਭਗਤ ਸਿੰਘ ਫਿਰ ਇੱਕ ਮੈਸੇਜ ਭੇਜਦਾ ਜਿਸ ਦਿਨ ਭਾਈ ਰਣਧੀਰ ਸਿੰਘ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਹੁੰਦਾ, ਉਸ ਦਿਨ ਉਹਨਾਂ ਦੀ ਮੁਲਾਕਾਤ ਹੁੰਦੀ ਵੀ ਆ। ਸੋ ਇਸ ਤੱਥ ਨੂੰ ਹਰ ਬੰਦਾ ਐਕਸੈਪਟ ਕਰਦਾ ਆ, ਭਾਵੇਂ ਉਹ ਕਾਮਰੇਡ ਆ ਭਾਵੇਂ ਕੋਈ ਵੀ ਆ, ਕਿ ਉਹ ਭਗਤ ਸਿੰਘ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਮਿਲੇ ਨੇ। ਹੋਰ ਇਹ ਵੀ ਮੰਨਦੇ ਨੇ ਕਿ ਅਖੀਰ 'ਚ ਮਿਲੇ ਨੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੀ ਐਡੀ ਵੱਡੀ ਕੁਰਬਾਨੀ ਆ ਭਾਈ ਰਣਧੀਰ ਸਿੰਘ ਉਹਨਾਂ ਦੀ, ਉਹਨਾਂ ਨੇ ਅਗਰ ਅਖੀਰਲੇ ਸਮੇਂ ਦੇ ਵਿੱਚ ਭਗਤ ਸਿੰਘ ਨੂੰ ਮਿਲੇ ਤੇ ਭਗਤ ਸਿੰਘ ਨੇ ਜੋ ਆਪਣੀ ਵਾਰਤਾਲਾਪ ਭਾਈ ਰਣਧੀਰ ਸਿੰਘ ਉਹਨਾਂ ਨਾਲ ਕੀਤੀ, ਉਹ ਤੀਸਰੇ ਬੰਦੇ ਨੂੰ ਕਿਵੇਂ ਪਤਾ ਹੋ ਸਕਦੀ ਆ? ਨਾ ਤਾਂ ਅੱਜ ਮੰਨ ਲਓ ਕੁਲਵੀਰ ਜੀ ਮੈਂ ਤੇ ਤੁਸੀਂ ਕੋਈ ਗੱਲ ਕਰਦੇ ਆ, ਤੀਸਰਾ ਬੰਦਾ ਇੱਥੇ ਮੌਜੂਦ ਹੀ ਨਹੀਂ, ਹੁਣ ਉਸ ਗੱਲ ਨੂੰ ਕਿਵੇਂ ਕੰਟਰਾਡਿਕਟ ਕੀਤਾ ਜਾ ਸਕਦਾ? ਸੋ ਉਹ ਜਿਹੜੀਆਂ ਲਿਖਤਾਂ ਨੇ ਉਹ ਇਹ ਸਾਬਤ ਕਰਦੀਆਂ ਨੇ ਕਿ ਭਗਤ ਸਿੰਘ ਸਿੱਖ ਸੀਗਾ ਤੇ ਉਹ ਸਿੱਖ ਫਿਲਾਸਫੀ ਨੂੰ ਉਹਦਾ ਸਤਿਕਾਰ ਕਰਦਾ ਸੀ। ਪਰ ਉਸ ਤੋਂ ਵੀ ਵੱਡੀ ਗੱਲ ਮੈਂ ਪਹਿਲਾਂ ਹੀ ਜਦੋਂ ਸ਼ੁਰੂ ਕੀਤੀ ਹੈ ਕਿ ਅਗਰ ਭਗਤ ਸਿੰਘ ਨੂੰ ਡਿਫਾਈਨ ਹੀ ਕਰਨਾ ਹੈ ਤੇ ਉਹਨੂੰ ਰੈਵੋਲੂਸ਼ਨਰੀ ਹੀ ਡਿਫਾਈਨ ਕੀਤਾ ਜਾ ਸਕਦਾ ਹੈ। ਹੋਰ ਇਸ ਸ਼ਬਦ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਭਗਤ ਸਿੰਘ ਨੂੰ ਆਪਾਂ ਇੱਕ ਰੈਵੋਲੂਸ਼ਨਰੀ ਰਹਿਣ ਦੀਏ। ਅਸੀਂ ਬਿਫੋਰ ਕਿ ਖਤਮ ਕਰੀਏ, ਮੈਂ ਚਾਹੁੰਦਾ ਸੀ ਕਿ ਕੁਛ ਤੱਥ ਜਿਹੜੇ ਨੇ ਜਿਨ੍ਹਾਂ ਨੇ ਅੱਜ ਦੇ ਮੌਜੂਦਾ ਹਾਲਾਤ ਜਿਹੜੇ ਨੇ ਉਹ ਖੜੇ ਕੀਤੇ ਨੇ, ਤੇ ਉਹਨਾਂ ਵਿੱਚ ਭਾਵੇਂ ਉਹ JNU ਦਾ ਮਸਲਾ ਆ, ਭਾਵੇਂ ਨੈਸ਼ਨਲਿਜ਼ਮ ਦਾ ਮਸਲਾ ਆ, ਤੇ ਭਾਵੇਂ ਕਾਂਗਰਸ ਦੇ ਸਟੈਂਡਸ ਨੇ, ਇਹ ਤਿੰਨ ਚੀਜ਼ਾਂ ਨੂੰ ਕਰਕੇ ਮੇਰਾ ਖਿਆਲ ਆਪਾਂ, ਮੈਨੂੰ ਪਤਾ ਟਾਈਮ ਹੋ ਗਿਆ ਪਰ ਉਹ ਇੱਕ ਤਿੰਨ ਗੱਲਾਂ ਕਰਕੇ ਆਪਾਂ ਸਮਾਪਤੀ ਕਰ ਦਿੰਦੇ ਹਾਂ। ਜੀ ਬਿਲਕੁਲ ਬਿਲਕੁਲ ਸੰਦੀਪ ਜੀ। ਦੇਖੋ, ਆਜ਼ਾਦੀ ਦੀ ਪਰਿਭਾਸ਼ਾ ਜੋ JNU ਦੇ ਇੱਕ ਵਿਦਿਆਰਥੀ ਨੇ ਦਿੱਤੀ ਖੂਬ ਹੈ, ਬਹੁਤ ਪਿਆਰੀ ਹੈ, ਪਰ ਜਦੋਂ ਮੈਂ ਉਹਨੂੰ ਭਗਤ ਸਿੰਘ ਦੇ ਏਜੰਡੇ ਨਾਲ ਦੇਖਾਂ ਜਾਂ ਭਗਤ ਸਿੰਘ ਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਏਜੰਡੇ ਨਾਲ ਦੇਖਾਂ, ਉਹ ਕਹਿੰਦੇ ਜੀ ਮਨੂਵਾਦ ਤੋਂ ਆਜ਼ਾਦੀ, ਗੁਰੂ ਨਾਨਕ ਨੇ ਇੰਨੇ ਸਾਲ ਪਹਿਲਾਂ ਕਹਿਤਾ। ਉਹ ਕਹਿੰਦੇ ਬ੍ਰਾਹਮਣਵਾਦ ਤੋਂ ਆਜ਼ਾਦੀ, ਗੁਰੂ ਨਾਨਕ ਸਾਹਿਬ ਨੇ ਇੰਨੇ ਸਾਲ ਪਹਿਲਾਂ ਕਹਿਤਾ। ਉਹ ਮੈਂ ਇਹਦੇ ਨਾਲ ਇਹ ਗੱਲ ਜੋੜਨਾ ਕਿ ਅਗਰ ਕੁਛ ਪ੍ਰੋਬਲਮਸ ਹੈਗੀਆਂ ਤਾਂ ਉਹ ਸਾਡੀ ਇਨਸਾਨੀ ਤੌਰ 'ਤੇ ਆ। ਅਗਰ ਅਸੀਂ ਆਪਣੇ ਨਾਲ ਗੋਤ ਲਗਾ ਰਹੇ ਹਾਂ ਤੇ ਕਸੂਰ ਸਾਡਾ ਹੈ। ਹੁਣ ਉਸ 'ਚ ਗੁਰੂ ਨਾਨਕ ਦਾ ਕਸੂਰ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਬਹੁਤ ਕਲੀਅਰਲੀ ਜਾਤ ਪਾਤ ਜਾਂ ਮੇਲ ਫੀਮੇਲ, ਊਚ ਨੀਚ, ਇਹਨਾਂ ਸਾਰਿਆਂ ਨੂੰ ਬਾਈਕਾਟ ਕਰਤਾ ਸੀ। ਇਹਨਾਂ ਸਾਰਿਆਂ ਤੋਂ ਉੱਪਰ ਇੱਕ ਚੀਜ਼ ਦੱਸੀ ਕਿ ਹਰ ਇਨਸਾਨ, ਭਾਵੇਂ ਉਹ ਮਰਦ ਆ ਭਾਵੇਂ ਉਹ ਔਰਤ ਆ, ਭਾਵੇਂ ਕਿ ਜਿਹੜੀਆਂ ਇਹਨਾਂ ਨੇ 4 ਡਿਵੀਜ਼ਨਸ ਖੜੀਆਂ ਕਰਤੀਆਂ ਇਨਸਾਨ ਦੇ ਵਿੱਚ ਹੀ, ਉਹਨੂੰ ਕੰਡੈਮ ਕੀਤਾ ਗੁਰੂ ਨਾਨਕ ਸਾਹਿਬ ਨੇ। ਸੋ ਇਹ ਗੱਲਾਂ ਜਿਹੜੀਆਂ ਨੇ, ਸੋ ਮੈਂ ਸਮਝਦਾ ਕਿ ਜਿਹੜੀ ਉਹ JNU ਦੀ ਡੈਫੀਨੇਸ਼ਨ ਆ ਬਹੁਤ ਖੂਬ ਆ, ਪਰ ਉਸ ਦੇ ਵਿੱਚ ਇੱਕ ਚੀਜ਼ ਦੀ ਘਾਟ ਹੈਗੀ ਆ। ਭਗਤ ਸਿੰਘ ਦੀ ਆਜ਼ਾਦੀ ਦੀ ਡੈਫੀਨੇਸ਼ਨ ਆ, ਇਹ ਸਾਰੀਆਂ ਜਿਹੜੀਆਂ ਉਹਨੇ ਕਰੈਕਟਰਸ ਗਿਣਾਏ ਉਹ ਸਾਰੇ ਹੈਗੇ ਨੇ, ਉਹਦੇ ਨਾਲ ਇੱਕ ਕਰੈਕਟਰ ਹੋਰ ਆ। ਉਹ ਕਹਿੰਦੇ ਆ ਕਿ ਇਹਨਾਂ ਗੋਰਿਆਂ ਨੂੰ ਇਸ ਜਿਹੜੀ ਹਿੰਦੁਸਤਾਨ ਦੀ ਲਾਈਨ ਆ ਜਾਂ ਜਿਹੜੀ ਭਾਰਤ ਦੀ ਲਾਈਨ ਆ, ਇਸ ਤੋਂ ਬਾਹਰ ਕੱਢਣਾ ਹੈ। ਇਹ ਆ ਉਹਦੀ ਡੈਫੀਨੇਸ਼ਨ ਆਜ਼ਾਦੀ ਦੀ। ਬਸ ਇੱਥੇ ਥੋੜਾ ਡਿਫਰੈਂਸ ਆਉਂਦਾ ਆ, ਕਿਉਂਕਿ ਉਹ ਕਹਿੰਦੇ ਨੇ कि असी हिंदुस्तान से नहीं हिंदुस्तान में आज़ादी चाहते हैं। सो वो डिफरेंस आता है। दूसरी गल वो कहते हैं कि असी कॉन्स्टिट्यूशन दे विच विश्वास रखते हैं। मेरा सवाल उन्होंने लिए आया ईवन दो कि मैं समझदा है कि उन्होंने जी मूवमेंट चलाई है बहुत वधिया चलाई है, पर फिर भी जो असी गलबात कर रहे हैं तो उदों मैं जरूर रखांगा कि जिस मूवमेंट जिस कॉन्स्टिट्यूशन नूं भगत सिंह कंडैम कर रहा है तो तुसी कह रहे हो कि तुसी भगत सिंह दे पैरोकार हो, उसनूं तुसी किवें एक्सैप्ट कर रहे हो। अखीर दे विच एक न्यूज़पेपर आ टैलीग्राफ जी 27 अगस्त 1942 सॉरी फ्रंट लाइन की खबर है फैबररी 20 1988 दे विच हिंदू महासभा ते RSS ने क्लीयर किया उस दे विच कि असी फ्रीडम फाइट दे विच कोई भूमिका नहीं निभाई। सो एक गल तां स्पष्ट है। हुण इस दे विच एक चीज़ समझण वाली हो रहा क्योंकि जो यह गल आएगी उदों बीजेपी ने सब तो पहला छलांग मार के कहना कि असी उदों एग्जिस्ट नहीं करते सी। बिल्कुल उदों जनसंघ एग्जिस्ट करता सी
जिस जनसंघ तो बाद चों जनता परिवार ते बीजेपी ते ए सारियां चीज़ां बाद चों आईयां, पर है वही फैमिली आ। फिर RSS उदों एग्जिस्ट करती सी। असी कांग्रेस नूं कहंदे हां कि कांग्रेस ने भगत सिंह दे नाल ए कहर कमाया कि उन्होंने उन्होंने मैंटली अपसेट जां उसकी सपोर्ट नहीं की। महात्मा गांधी ने चिट्ठी लिखण तो भी इनकार, जी चिट्ठी लिखी भी भगत सिंह के बारे वो किस हिसाब की आप सारे जानते हैं। 27 सितंबर 1925 नूं एक RSS का फ्रीडम RSS का एक बयान आंदा है RSS के बारे कि ना तो मॉडरेट मूवमेंट होगी शांतमई, तो ना मिलीटेंट मूवमेंट दे विच इन्हां ने हिस्सा लिया। ये नाल ही वाजपेयी साहब ने अपने पिंड दे विच कुछ नौजवानों ने एक एक्शन किया। वाजपेयी साहब कोर्ट दे विच उन्हां दे अगेंस्ट विटनेस बने। यह जिहड़ी खबर आ फ्रंट लाइन दे विच 27 अगस्त 1942 दे विच 1942 नूं छपी, जिसनूं इन्हां ने आप एक्सैप्ट भी किया वाजपेयी ने। सो हुण तुसीं आप देखो कि जिस देश का प्रधानमंत्री वो होवे जिन्हें उस मूवमेंट नाल उत्थे दे लोकां दे नाल उत्थे दे नौजवानों दे नाल गद्दारी कीती होवे ते उन्हां नूं सजावां दवाइयां होण, वो देश कित्थे तरक्की करूगा। अखीर दे विच एक गल जरूर कहांगा, हिंदुस्तान दे विच अज दी डेट च एक नवा रौला पिया आ नैशनलिज्म का कि होर सर्टिफिकेट वंडे जा रहे हैं बीजेपी वालों कि नैशनलिस्ट कौन आ ते एंटी नैशनल कौन आ। सानू नहीं फर्क पैंदा कि तुसी किन्नू नैशनलिस्ट कहते हो किन्नू एंटी नैशनलिस्ट कहते हो, पर मैं सिर्फ यह तथ्य इसलिए रख रहा कि तुसी इतिहास दे विच उन्हां तरीकां नूं ना भुल्लो जिहड़े तुहाडे प्यो दादियां ने खिच्चियां ने। सैक्शन 1.7 17 जुलाई 1947 RSS ने इस सैक्शन का अपोज किया। हुण सैक्शन की है, यह है नैशनल फ्लैग की ओपोजिशन करना। फिर सैक्शन 1.8 इन्हां ने 3 नवंबर 1949 नूं ओपोजिशन ऑफ कॉन्स्टिट्यूशन की। उहदे कारण भी दिते, कारण यह दिते कि मनुवाद दे अंदर इन्हां ने इंसान नूं 4 हिस्सों च डिवाइड किया ते जिहड़ी चौथी पोजीशन ते जिस इंसान नूं रखिया इन्हां ने उस तो यह खाना उसनूं हथ लगवाना ते यह समझते हैं कि यह अपवित्र हो गए हैं। तो यह जिहड़ी चीज़ सीगी यह इन्हां दे कॉन्स्टिट्यूशन दे विच कहंदे आ कि नहीं हैगी। सो तां करके सैक्शन 1.8 नूं 3 नवंबर 1949 के तहत 3 नवंबर 1949 सैक्शन 1.8 के तहत इन्होंने कॉन्स्टिट्यूशन का अपोज किया। हुण अज की डेट के उत्ते यह लोग आप ही अपने आप नूं नैशनलिस्ट कह रहे हैं, आप ही दूजिਆਂ नूं एंटी नैशनल कह रहे हैं। कहण दा भाव यह सारी गलबात दा ऐ सी कि जिहड़ियां 2 नैशनल पार्टीज़ ने कांग्रेस ते बीजेपी, उन्होंने हिंदुस्तान की आज़ादी वास्ते 5 पैसे का भी योगदान नहीं पाया। कांग्रेस लिए तो फिर भी शायद कुछ ना कुछ गुंजाइश यह बच जाती है कि महात्मा गांधी या जवाहर लाल नेहरू ईवन कि लाला लाजपत राय के भी कनैक्शन जोड़े कांग्रेस नाल ही मिलते हैं उतारा। सो वो जिहड़ियां सिनैरियोज ने वो फिर भी उन्होंने शायद थोड़ा बहुत बचा जान, पर RSS बीजेपी जनसंघ होर इन्हां दे XYZ नाम हो सकते हैं, इन्होंने 5 पैसे का काम नहीं किया तो अज देश के मालक ने। अफसोस इस गल का आ कि 80% तो वध शहादत देने वाले जिन्हां विचों दी एक भगत सिंह आ, करतार सिंह सराभा आ, उधम सिंह आ, अनेकां गदरी बाबे ने, बब्बर अकाली ने, उन्हां सारियां दी शहादतां दे बदले 1947 दे विच पंजाब 2 फाड़ होया। पंजाब दे धियां भैणां ने उदों संताप हंडाया। पंजाब दे विच सिखां नूं 2 नंबर दे शहरी कहा गया। दिल्ली ने पंजाब दे लोकां नूं
1947 तो बाद चों 1978 का इनाम दिता। 1984 ਦੇ ਵਿੱਚ ਅਕਾਲ ਤਖਤ जो कि सिखां ਦੇ ਜਾਨ ਨਾਲੋਂ ਵੱਧ ਪਿਆਰਾ ਤਖਤ ਹੈ, ਜਿੱਥੋਂ ਦੀ ਉਹ ਜਿਹੜੀ ਉਹਨਾਂ ਦੀ ਸੁਪਰੀਮ ਬਾਡੀ ਆ ਉਹਨੂੰ ਢਾਹ ਢੇਰੀ ਕੀਤਾ। ਸਿਰਫ ਉਹਨੂੰ ਹੀ ਨਹੀਂ, ਪੰਜਾਬ ਦੇ ਅਨੇਕਾਂ ਗੁਰਦੁਆਰਿਆਂ ਨੂੰ ਢਾਹ ਢੇਰੀ ਕੀਤਾ। ਦਿੱਲੀ ਦੇ ਵਿੱਚ ਜਾਂ ਕਾਨਪੁਰ ਦੇ ਵਿੱਚ ਸਿੱਖਾਂ ਨੂੰ ਚੁਣ ਚੁਣ ਕੇ ਸਾੜਿਆ ਗਿਆ, ਮਾਰਿਆ ਗਿਆ, ਜੈਨੋਸਾਈਡਸ ਕੀਤੇ ਗਏ। ਸੋ ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਦੇਖਾਂ ਉਦੋਂ ਇੱਕ ਗੱਲ ਤਾਂ ਸਪਸ਼ਟ ਹੁੰਦੀ ਆ ਕਿ ਗੋਰਿਆਂ ਦੇ ਮੁਕਾਬਲੇ ਆਜ਼ਾਦ ਹਿੰਦੁਸਤਾਨ ਜਿਹਨੂੰ ਇਹ ਲੋਕ ਕਹਿੰਦੇ ਨੇ ਉਸ ਦੇ ਵਿੱਚ ਮਿਨੋਰਿਟੀਜ਼ ਦੇ ਨਾਲ ਜ਼ਿਆਦਾ ਧੱਕੇ ਹੋਏ। ਇੰਨੇ ਦੰਗੇ ਇਤਿਹਾਸ ਦੇ ਵਿੱਚ ਗੋਰਿਆਂ ਦੇ ਸਮੇਂ 'ਚ ਨਹੀਂ ਹੋਏ ਜਿੰਨੇ ਜੈਨੋਸਾਈਡਸ ਸੋ ਕਾਲਡ ਆਜ਼ਾਦ ਹਿੰਦੁਸਤਾਨ ਦੇ ਵਿੱਚ ਹੋਏ। ਜਦੋਂ ਇੰਨਾ ਕੁਝ ਵਰਤਣ ਤੋਂ ਬਾਅਦ ਚੋਂ ਅਗਰ ਭਗਤ ਸਿੰਘ ਦੀ ਜਿਹੜੀ ਸੋਚ ਆ ਉਹ ਫਿਰ ਉਬਾਲਾ ਲੈਂਦੀ ਆ, ਉਦੋਂ ਫਿਰ ਉਹਨਾਂ ਉੱਤੇ ਉਹੀ ਸੇਮ ਕੇਸਿਸ ਪਾਏ ਜਾਂਦੇ ਨੇ। ਤੇ ਮੈਨੂੰ ਇਸ ਗੱਲ ਦੀ ਤਾਂ ਖੁਸ਼ੀ ਜ਼ਰੂਰ ਹੁੰਦੀ ਆ ਕਿ ਜਿਹੜਾ ਖੂਨ ਡੁੱਲਿਆ ਆ, ਜਿਹੜਾ ਇੱਕ ਬੂੰਦ ਪੰਜਾਬ ਦੇ ਵਿੱਚ ਖੂਨ ਦਾ ਡੁੱਲਦਾ, ਉਸ ਦੇ ਵਿੱਚੋਂ ਅਨੇਕਾਂ ਭਗਤ ਸਿੰਘ, ਅਨੇਕਾਂ ਜਿੰਦੇ, ਅਨੇਕਾਂ ਸੁੱਖੇ, ਅਨੇਕਾਂ ਕਰਤਾਰ ਸਿੰਘ, ਅਨੇਕਾਂ ਬਿਆਨ ਸਿੰਘ, ਸਤਵੰਤ ਸਿੰਘ ਪੈਦਾ ਹੁੰਦੇ ਨੇ। ਸਿਰਫ ਅਫਸੋਸ ਇਹ ਆ ਕਿ ਅਸੀਂ ਰਟੀਆਂ ਰਟਾਈਆਂ ਚੀਜ਼ਾਂ ਨੂੰ ਆਪਣੇ ਜੀਵਨ 'ਚ ਅਪਣਾ ਰਹੇ ਹਾਂ। ਅਸੀਂ ਉਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰਦੇ ਪਏ, ਇੱਕ ਲਾਈਨ ਨਹੀਂ ਖਿੱਚਦੇ ਪਏ ਜਿਹੜੀ ਖਿੱਚਣ ਦੀ ਲੋੜ ਆ ਕਿ ਅਗਰ ਭਗਤ ਸਿੰਘ ਨੂੰ ਉਹਨਾਂ ਹੀ ਕਨਸਟੀਟਿਊਸ਼ਨਲ ਧਾਰਾਂ ਦੇ ਵਿੱਚ ਸਜ਼ਾ ਹੋ ਰਹੀ ਹੈ ਤੇ ਅੱਜ ਇੰਨਾ 'ਚ ਹੋ ਰਹੀ ਆ ਤੇ ਫਿਰ ਫਰਕ ਕੀ ਹੋਇਆ। ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਕਹਾਂਗਾ ਕਿ ਭਗਤ ਸਿੰਘ ਦੀ ਨੂੰ ਫਾਂਸੀ ਤੋਂ ਬਾਅਦ ਚੋਂ ਉਹਨਾਂ ਦੀ ਬਾਡੀ ਦੇ ਨਾਲ ਕਈ ਸਟੋਰੀਜ਼ ਆਉਂਦੀਆਂ ਨੇ। ਕੋਈ ਕਹਿੰਦਾ ਆ ਕਿ ਉਹਨਾਂ ਨੂੰ ਸਾੜ ਦੇ ਬੋਰੀ 'ਚ ਪਾ ਕੇ ਸਾੜ ਦਿੱਤਾ ਗਿਆ ਸੀ, ਕੋਈ ਕਹਿੰਦਾ ਆ ਕਿ ਉਹਨਾਂ ਨੂੰ ਪਾਣੀ 'ਚ ਡੁਬਾ ਦਿੱਤਾ ਗਿਆ ਸੀ, ਕੋਈ ਕਹਿੰਦਾ ਆ ਕਿ ਉਹਨਾਂ ਨੂੰ ਜ਼ਮੀਨ 'ਚ ਦਫਨਾ ਦਿੱਤਾ ਗਿਆ ਸੀ। ਸੋ ਸੱਚਾਈ ਕੀ ਆ, ਇਹ ਇੱਕ ਬੁਝਾਰਤ ਬਣ ਚੁੱਕੀ ਆ। ਪਰ ਇੱਕ ਗੱਲ ਸੱਚ ਜਿਹੜੀ ਆ ਉਹ ਸੱਚਾਈ ਜਿਹੜੀ ਪ੍ਰਚਲਿਤ ਜ਼ਿਆਦਾ ਗੱਲ ਹੈਗੀ ਉਹ ਇਹ ਹੈਗੀ ਆ ਕਿ ਉਹਨਾਂ ਨੂੰ ਜਰਾ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕਰਕੇ ਔਰ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਸੀਗੀਆਂ ਉਹਨਾਂ ਹਾਸਲ ਕਰ ਲਿਆ ਸੀ। ਇਹ ਇੱਕ ਸਟੋਰੀ ਹੈਗੀ ਆ। ਸੋ ਆਪਾਂ ਉਸ ਚੀਜ਼ 'ਚ ਨਾ ਵੀ ਜਾਈਏ। ਇੱਕ ਗੱਲ ਤਾਂ ਸੱਚ ਹੈ ਕਿ ਸ਼ਹੀਦ ਹੋਏ ਸੀਗੇ, ਪਰ ਉਹ ਬਾਡੀ ਜਿਹੜੀ ਆ ਉਹ ਪਰਿਵਾਰ ਨੂੰ ਸਰਕਾਰ ਨੇ ਨਹੀਂ ਸੀ ਦਿੱਤੀ। ਮੈਂ ਜਿਹੜੀ ਗੱਲ ਜਿੱਥੇ ਲਿਆ ਕੇ ਖਤਮ ਕਰਨ ਲੱਗਿਆ ਆ ਉਹ ਇਹ ਗੱਲ ਖਤਮ ਕਰਨ ਲੱਗਿਆ ਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਹਿੰਦੁਸਤਾਨ ਦੇ ਵਿੱਚ ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਂਦੀ ਆ, ਉਸ ਇਨਸਾਨ ਦੀ ਲਾਸ਼ ਉਸ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ। ਤੇ ਮੈਂ ਇਹ ਸਮਝਦਾ ਹਾਂ ਕਿ ਉਹ ਇਤਿਹਾਸ ਦਾ ਜਿਹੜਾ ਚੱਕਰ ਆ ਉਹਨੂੰ ਦੁਹਰਾਇਆ ਗਿਆ ਆ। ਉਸ ਇਨਸਾਨ ਦੀ ਕੀ ਪ੍ਰੋਬਲਮ ਹੈ ਹਿੰਦੁਸਤਾਨ ਦੇ ਨਾਲ, ਉਹ ਇੱਕ ਡਿਫਰੈਂਟ ਇਸ਼ੂ ਆ, ਪਰ ਜਿਹੜੀ ਲਾਅ ਦੀ ਡੈਫੀਨੇਸ਼ਨਸ ਨੇ, ਜਿਹੜਾ ਇੱਕ ਹਿਊਮਨ ਰਾਈਟਸ ਦੀ ਗੱਲ ਹੈਗੀ ਆ, ਉਹ ਇੱਕ ਵੱਡੇ ਪੱਧਰ 'ਤੇ ਵਾਇਲੇਟ ਹੋ ਰਿਹਾ, ਹੋਰ ਹੋਏ ਨੇ, ਹੋ ਰਹੇ ਨੇ ਤੇ ਜਾਰੀ ਨੇ। ਈਵਨ ਜਿਹੜੀ ਜਸਟਿਸ ਕਾਰਜੂ ਸਾਹਿਬ ਦੀ ਬਾਈਬਲ ਕਲਾਂ ਦੇ ਉੱਤੇ ਰਿਪੋਰਟ ਆਈ ਆ, ਉਹਨੇ ਵੀ ਇਹ ਸੱਚ ਸਾਫ਼ ਕੀਤਾ ਆ। ਸੋ ਮੈਂ ਅਖੀਰ 'ਚ ਇੰਨਾ ਕਹਾਂਗਾ ਕਿ ਅਸੀਂ ਇਹ ਗੱਲ ਤਾਂ ਸਾਰੇ ਕਹਿੰਦੇ ਹਾਂ ਕਿ ਭਗਤ ਸਿੰਘ ਜੰਮੇ ਪਰ ਗੁਆਂਢੀਆਂ ਦੇ ਘਰ ਜੰਮੇ। ਸਾਨੂੰ ਸ਼ਾਇਦ ਅੱਜ ਆਪਣੇ ਘਰੇ ਭਗਤ ਸਿੰਘ ਜੰਮਣ ਦੀ ਲੋੜ ਆ, ਆਪ ਭਗਤ ਸਿੰਘ ਬਣਨ ਦੀ ਲੋੜ ਆ। ਭਗਤ ਸਿੰਘ, ਅਗਰ ਭਗਤ ਸਿੰਘ ਉਹੀ ਆ ਜਿਹਦੇ ਵਿੱਚ ਰੈਵੋਲੂਸ਼ਨ ਕਰਨ ਦੀ ਹਿੰਮਤ ਆ, ਜਿਹੜਾ ਸੱਚ ਨੂੰ ਸੱਚ ਕਵੇ, ਜਿਹੜਾ ਝੂਠ ਨੂੰ ਝੂਠ ਕਵੇ, ਜਿਹੜਾ ਬੰਦਾ ਸੱਚ ਬੋਲਣ ਤੋਂ ਡਰ ਜਾਵੇ, ਉਹ ਇਹ ਸਮਝ ਲਵੇ ਕਿ ਉਹਨੇ ਭਗਤ ਸਿੰਘ ਨੂੰ ਪਿੱਠ ਦਿਖਾਈ ਆ, ਉਹਦੀ ਸ਼ਹਾਦਤ ਨਾਲ ਗਦਾਰੀ ਕੀਤੀ ਆ। ਅੱਜ ਦੇਖਣਾ ਤੁਸੀਂ ਆ, ਵਿਚਾਰਨਾ ਤੁਸੀਂ ਆ। ਅਸੀਂ ਸਾਰਿਆਂ ਨੇ ਕਿ ਅਸੀਂ ਭਗਤ ਸਿੰਘ ਦੀ ਸ਼ਹਾਦਤ ਨੂੰ ਸਲਾਮੀ ਦੇਣੀ ਆ, ਅਸੀਂ ਭਗਤ ਸਿੰਘ ਦੀ ਸ਼ਹਾਦਤ ਦੇ ਨਾਲ ਖੜਨਾ ਆ ਕਿ ਉਹਦੇ ਨਾਲ ਗਦਾਰੀ ਕਰਨੀ ਆ। ਸੰਦੀਪ ਜੀ, ਸਮਾਂ ਕਾਫੀ ਹੋ ਗਿਆ। ਭਗਤ ਸਿੰਘ ਬਾਰੇ ਜਾਂ ਉਹਨਾਂ ਦੀ ਸੋਚ ਬਾਰੇ ਗੱਲਾਂ ਤੇ ਅਜੇ ਹੋਰ ਵੀ ਬਹੁਤ ਸਾਰੀਆਂ ਹੋ ਸਕਦੀਆਂ। ਮੇਰਾ ਖਿਆਲ ਆ ਕਾਫੀ ਕੁਛ ਮੈਂ ਸੋਚਿਆ ਸੀਗਾ ਕਿ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ, ਪਰ ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਹ ਗੱਲਬਾਤ ਹੋਰ ਜਾਰੀ ਰੱਖੀਏ। ਇੱਥੇ ਹੀ ਮੈਂ ਦਰਸ਼ਕਾਂ ਤੋਂ ਇਜਾਜ਼ਤ ਚਾਹਾਂਗਾ ਤੇ ਨਾਲ ਹੀ ਦਰਸ਼ਕਾਂ ਨੂੰ ਇਹ ਜ਼ਰੂਰ ਕਹਾਂਗਾ ਕਿ
जो भी साडी अज भगत सिंह हुणां दे बारे गलबात हुई है, जो भी संदीप जी हुणां वल्लों तत्थ रखे गए ने, वो सारे जिहड़े तत्थ हैगे ने, अगर तुसी इतिहास नूं जानना चाहुंदे हो तो गूगल करके देख लेना, उहदे जिहड़े प्रमाण हैगे ने वो मिलदे ने। ते साडी एक कोशिश सी कि अज दा भारत जिहड़ा हैगा वो कित्थे खड़ा, की वो भगत सिंह दी सोच दे नेड़े तेड़े भी खड़ा जां किते कुछ होर ही भारत है, ये वो भारत नहीं है जो भगत सिंह चाहुंदा सी। ते इत्थे ही अज दी गलबात नूं असीं समाप्त करदे हां। संदीप जी तुसीं साडे नाल जुड़े ते भगत सिंह जी हुणां बारे इन्नी लंबी विचार चर्चा जिहड़ी हैगी आ वो कीती, तुहाडा बहुत बहुत धन्नवाद। ते नाल ही मैं चकदे टीवी देख रहे सारे दर्शकों का बहुत बहुत धन्नवाद करदा जी। सत श्री अकाल।